ਨਾਮ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ। ਮੇਰੇ ਨਾਲ ਡਾਕਟਰ ਹਰਦੀਪ ਸਿੰਘ ਅਟਵਾਲ ਨੇ ਜੀ। ਅਸੀਂ ਕੈਨੇਡਾ ਡੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ, ਕੈਨੇਡਾ ਦੀ ਹਿਸਟਰੀ 'ਤੇ ਗੱਲ ਕਰਾਂਗੇ। ਕੈਨੇਡਾ ਜਿਹੜੇ ਮੌਜੂਦਾ ਦੌਰ 'ਚੋਂ ਲੰਘ ਰਿਹਾ, ਦੁਨੀਆ ਭਰ 'ਚ ਚਰਚਾ ਚੱਲ ਰਹੀ ਹੈ ਕਿ ਪੁਰਾਤਨ ਸਮਾਂ ਵੀ ਨਹੀਂ, ਬਹੁਤ ਜ਼ਿਆਦਾ ਪੁਰਾਣਾ ਸਮਾਂ ਨਹੀਂ, ਬਸਤੀਵਾਦ ਦੇ ਯੁੱਗ ਵਿੱਚ ਸਾਮਰਾਜੀਆਂ ਵੱਲੋਂ ਜਿਹੜੇ ਨੇਟਿਵ ਲੋਕ ਸੀਗੇ, ਇੱਥੋਂ ਦੇ ਮੂਲ ਬਸ਼ਿੰਦੇ ਸੀਗੇ, ਉਹਨਾਂ ਨਾਲ ਕੀ ਕੀ ਜ਼ੁਲਮ ਕੀਤੇ ਗਏ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਇੱਕ ਇੱਕ ਕਰਕੇ ਸਾਹਮਣੇ ਆ ਰਹੀਆਂ ਨੇ। ਸ਼ੁਰੂਆਤ ਹੋਈ ਸੀਗੀ ਸਭ ਤੋਂ ਪਹਿਲਾਂ ਇੱਕ ਸਕੂਲ, ਰੈਜ਼ੀਡੈਂਸ਼ੀਅਲ ਸਕੂਲ ਕੈਮਲੂਸ ਤੋਂ, ਫਿਰ ਸਸਕੈਚੁਅਨ, ਹੁਣ BC ਤੇ ਕੈਨੇਡਾ ਭਰ ਵਿੱਚ ਜਿਹੜਾ ਜੀ ਇਹ ਹੁਣ ਚੱਲ ਰਿਹਾ ਹੈ ਕਿ ਕਿੱਥੇ ਕਿੱਥੇ ਕੀ ਕੀ ਹੋ ਸਕਦਾ। ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਸਾਹਮਣੇ ਆ ਰਹੀਆਂ ਨੇ। ਔਰ ਜਿਹੜਾ ਕਾਲਾ ਚਿਹਰਾ ਹੈ ਬਸਤੀਵਾਦ ਦੇ ਯੁੱਗ ਦਾ, ਸਰਮਾਏਦਾਰੀ ਦੇ ਮੁੱਢ ਵੱਜਣ ਦਾ, ਜਿਸ ਤਰੀਕੇ ਨਾਲ ਦੁਨੀਆ ਭਰ ਵਿੱਚ ਜ਼ੁਲਮ ਢਾਏ ਗਏ ਨੇ। ਕਿਹਾ ਜਾਂਦਾ ਹੈ ਕਿ ਜਿਹੜੀ ਅੰਗਰੇਜ਼ ਕੌਮ ਹੈ, ਗੋਰੇ ਕੌਮ ਹੈ, ਬੜੀ ਇਹ ਜਿਹੜੇ ਸਿਵਲਾਈਜ਼ਡ ਹੁੰਦੇ ਨੇ, ਭਾਰਤ ਨੇ ਭੋਗਿਆ, ਦੁਨੀਆ ਨੇ ਭੋਗਿਆ। ਇੱਕ ਇੱਕ ਕਰਕੇ ਤੁਹਾਡੇ ਨਾਲ ਕਰਾਂਗੇ ਗੱਲਾਂ ਸਾਂਝੀਆਂ। ਅੱਜ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਹਿ ਰਿਹਾ ਕਿ ਅਸੀਂ ਕੈਨੇਡਾ ਡੇ ਸੈਲੀਬ੍ਰੇਟ ਨਹੀਂ ਕਰਾਂਗੇ, ਕੋਈ ਵੀ ਫਾਇਰਵਰਕਸ ਨਹੀਂ ਹੋਣਗੇ, ਕੋਈ ਖੁਸ਼ੀਆਂ ਨਹੀਂ ਮਨਾਈਆਂ ਜਾਣਗੀਆਂ, ਸਗੋਂ ਕੈਨੇਡਾ ਜਿਹੜਾ ਸੋਗ 'ਚ ਡੁੱਬਿਆ ਪਿਆ। ਦੂਜੇ ਪਾਸੇ ਮੰਗ ਫੜੀ ਜਾ ਰਹੀ ਹੈ ਬੜੀ ਵੱਡੀ ਪੱਧਰ ਤੇ। ਨੇਟਿਵ ਦੀ ਇੱਕ ਮੈਨੂੰ ਲੱਗਦਾ ਮੂਵਮੈਂਟ ਉੱਠੇਗੀ। ਮੈਂ ਡਾਕਟਰ ਦੀਪ ਰਾ ਕੋ ਪੁੱਛਾਂਗਾ, ਇੱਕ ਮੂਵਮੈਂਟ ਵੱਡੀ ਉੱਠਣ ਵਾਲੀ ਹੈ, ਚਾਹੇ ਉਹ ਗਿਣਤੀ 'ਚ ਕਿੰਨੇ ਵੀ ਹੋਣ। ਲੱਖਾਂ ਲੋਕਾਂ ਨੂੰ, ਮਿਲੀਅਨਸ ਆਫ ਪੀਪਲ ਜਿਹੜੇ ਆ ਉਹਨਾਂ ਨੂੰ ਦਬਾਇਆ ਗਿਆ, ਮਾਰਿਆ ਗਿਆ, ਔਰ ਉਹ ਹੁਣ ਇੱਕ ਇੱਕ ਕਰਕੇ ਚੇਤਨਾ ਦਾ ਯੁੱਗ ਜਿਹੜਾ ਵਾਪਸ ਪਰਤ ਰਿਹਾ। ਜੇ ਡੈਮੋਕ੍ਰੇਸੀ ਹੈ, ਜੇ ਰੀਅਲ ਸੈਂਸ ਡੈਮੋਕ੍ਰੇਸੀ ਹੈ, ਤੇ ਫਿਰ ਉਹਨਾਂ ਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਉਹਨਾਂ ਤੇ ਹੋਏ ਜਿਹੜੇ ਜ਼ੁਲਮ ਨੇ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਔਰ ਖਾਸ ਕਰਕੇ ਮੈਂ ਬਾਰ-ਬਾਰ ਕਹਿਣਾ ਕਿ ਕੈਨੇਡਾ ਇਮੀਗ੍ਰੈਂਟਸ ਦਾ ਮੁਲਕ ਹੈ। ਇਮੀਗ੍ਰੈਂਟਸ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਵੇਖਣਾ ਚਾਹੀਦਾ ਹੈ ਕਿ ਜਿਹੜੇ ਨੇਟਿਵ ਲੋਕ ਨੇ ਉਹਨਾਂ ਨਾਲ ਜਿਹੜੀਆਂ ਪਿੱਛੇ ਵਧੀਕੀਆਂ ਹੋਈਆਂ ਤੇ ਹੁਣ ਵੀ ਜੋ ਉਹਨਾਂ ਨਾਲ ਭੇਦਭਾਵ ਚੱਲਦਾ, ਉਹਨਾਂ ਦੇ ਹੱਕ ਵਿੱਚ ਖੜਨ ਦਾ ਸਮਾਂ ਸ਼ਾਇਦ ਬਹੁਤ ਦੂਰ ਨਹੀਂ ਹੈ, ਬਹੁਤ ਨਜ਼ਦੀਕ ਆ ਰਿਹਾ। ਔਰ ਕੈਨੇਡਾ ਭਰ ਵਿੱਚ ਕੀ ਦੁਨੀਆ ਭਰ ਵਿੱਚ ਇਸ ਗੱਲ ਨੂੰ ਲੈ ਕੇ ਇੱਕ ਵਾਰੀ ਇੱਕ ਲਹਿਰ, ਇੱਕ ਅੰਦੋਲਨ ਮੈਨੂੰ ਲੱਗਦਾ ਹੈ ਕਿ ਉਹਦਾ ਮੁੱਢ ਵੱਜ ਚੁੱਕਾ ਹੈ ਕੈਨੇਡਾ ਤੋਂ। ਤੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਜਿਹੜੀ ਹੈ ਬਹੁਤ ਅੱਗੇ ਤੱਕ ਜਾਏਗੀ। ਸੋ ਡਾਕਟਰ ਹਰਦੀਪ ਰਾ ਦਾ ਕਰ ਲਈਏ ਪਹਿਲਾਂ ਸਵਾਗਤ, ਉਹਨਾਂ ਕੋਲ ਜਾਣਾਂਗੇ ਸਾਰੀਆਂ ਗੱਲਾਂ ਬਾਤਾਂ। ਡੀਪ ਸਟੱਡੀ ਹੈ ਜੀ ਉਹਨਾਂ ਦੀ, ਪੂਰਾ ਉਹਨਾਂ ਨੇ ਤੇ ਆਰਟੀਕਲ ਲਿਖੇ ਨੇ, ਬਹੁਤ ਸਾਰਾ ਕੰਮ ਕੀਤਾ ਨੇਟਿਵ ਦੇ ਨਾਲ। ਜੋ ਕੁਝ ਹੋਇਆ ਉਹ ਗੱਲਾਂ ਬਾਤਾਂ ਪਹਿਲਾਂ ਸ਼ੁਰੂ ਕਰਦੇ ਹਾਂ। ਸੋ ਡਾਕਟਰ ਸਾਹਿਬ ਤੁਹਾਡਾ ਪਹਿਲਾਂ ਸਵਾਗਤ ਜੀ, ਬਹੁਤ ਬਹੁਤ ਨਿੱਘਾ ਸਵਾਗਤ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਹਰਦੀਪ ਜੀ, ਤੁਸੀਂ ਆਪਣੇ ਦਰਸ਼ਕਾਂ ਨਾਲ ਮਿਲਣ ਦਾ ਮੈਨੂੰ ਮੌਕਾ ਦਿੱਤਾ। ਤੇ ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਆਪਣਾ ਕਰਦਾ। ਕੈਨੇਡਾ ਡੇ ਜਿਹੜਾ ਅੱਜ ਦਾ ਇੱਕ ਖੁਸ਼ੀਆਂ ਭਰਿਆ ਦਿਨ ਮੰਨਿਆ ਜਾਂਦਾ ਸੀ, ਉਹਦੇ ਵਿੱਚ ਵੀ ਵਧਾਈ ਦੇਣ ਦੇ ਨਾਲ ਨਾਲ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਬੱਚਿਆਂ ਦੀ ਮੌਤਾਂ ਦਾ ਜ਼ਿਕਰ ਜਿਹੜਾ ਹੈਗਾ ਉਹ ਆ ਰਿਹਾ ਹੈਗਾ, ਜਿਹਦੇ ਕਰਕੇ ਸਾਰਾ ਮੁਲਕ ਜਿਹੜਾ ਹੈਗਾ ਉਹ ਇੱਕ ਮਾਤਮ ਦੇ ਤਰ੍ਹਾਂ ਕੈਨੇਡਾ ਡੇ ਨੂੰ ਮਨਾ ਰਿਹਾ ਹੈਗਾ। ਉਹਦੇ ਵਿੱਚ ਵੀ ਆਪਾਂ ਸਾਰੇ ਇਸ ਦੁੱਖ ਦੇ ਵਿੱਚ ਸ਼ਾਮਲ ਹਾਂ। ਡਾਕਟਰ ਸਾਹਿਬ, ਜਿਵੇਂ ਮੈਂ ਜ਼ਿਕਰ ਕੀਤਾ ਸ਼ੁਰੂਆਤ ਹੋਈ ਸੀ ਕੈਮਲੂਸ ਦੇ ਵਿੱਚੋਂ, ਜਿੱਥੇ 215 ਬੱਚਿਆਂ ਦੇ ਸ਼ਵ ਮਿਲੇ ਸੀ, ਯਾਨੀ ਕਿ ਉਹਨਾਂ ਦੇ ਕੰਕਾਲ ਮਿਲੇ ਸੀ। ਕਾਫੀ ਉਸ ਚੀਜ਼ ਨੇ ਜਿਹੜਾ ਤੂਲ ਫੜਿਆ। ਫਿਰ ਦੁਬਾਰਾ 751 ਦੇ ਕਰੀਬ ਸਸਕੈਚੁਅਨ 'ਚ, ਤੇ ਹੁਣ ਬ੍ਰਿਟਿਸ਼ ਕੋਲੰਬੀਆ ਤੋਂ ਖਬਰਾਂ ਆ ਰਹੀਆਂ ਨੇ। ਇਹ ਜਿਹੜੀ ਦੁੱਖ ਭਰੀ ਦਾਸਤਾਨ ਹੈ ਨੇਟਿਵ ਦੀ, ਕਿਸ ਤਰੀਕੇ ਨਾਲ ਇਹ ਰੈਜ਼ੀਡੈਂਸ਼ੀਅਲ ਸਕੂਲ ਚਲਾਏ ਗਏ, ਕਿਉਂ ਚਲਾਏ ਗਏ, ਕਦੋਂ ਚੱਲੇ, ਇਹਦੇ ਪਿੱਛੇ ਕਿਹੜੀਆਂ ਤਾਕਤਾਂ ਸੀਗੀਆਂ, ਚਰਚ ਦਾ ਕੀ ਰੋਲ ਸੀਗਾ, ਉਸ ਵੇਲੇ ਦੇ ਹਾਕਮਾਂ ਦਾ ਕੀ ਰੋਲ ਸੀਗਾ। ਇਹ ਜਿਹੜੀਆਂ ਪਚੀਦਗੀਆਂ ਨੇ, ਜਿਹੜੀਆਂ ਚੀਜ਼ਾਂ ਨੇ, ਇਹਨਾਂ ਦਾ ਹਿਸਟੋਰੀਕਲ ਐਸਪੈਕਟ ਦੇ ਵਿੱਚ ਤੁਸੀਂ ਸਾਨੂੰ ਇੱਕ ਇੱਕ ਕਰਕੇ ਜਾਣਕਾਰੀ ਦਿਓ। ਵੀ ਪਹਿਲਾਂ ਤਾਂ ਇਹ ਗੱਲ ਕਰ ਲਈਏ, ਫਿਰ ਆਪਾਂ ਕੈਨੇਡਾ ਦੀ ਬਾਕੀ ਹਿਸਟਰੀ 'ਤੇ ਗੱਲਾਂ ਬਾਤਾਂ ਕਰਾਂਗੇ, ਜਿੱਥੇ ਅਸੀਂ ਬੜਾ ਮਾਣ ਕਰਦੇ ਹਾਂ ਕੈਨੇਡਾ ਦੀ ਧਰਤੀ 'ਤੇ ਕਿ ਇਹ ਦੁਨੀਆ ਦਾ ਇੱਕ ਐਸਾ ਮੁਲਕ ਹੈ ਜਿੱਥੇ ਹਰ ਕੋਈ ਆ ਕੇ ਵਸਣਾ ਚਾਹੁੰਦਾ, ਇਸ ਧਰਤੀ ਨੂੰ ਅਪਣਾਉਣਾ ਚਾਹੁੰਦਾ ਹੈ। ਤੇ ਇਹ ਧਰਤੀ ਜਿਹੜੀ ਆ ਇਹ ਆਪਣੀ ਬੁੱਕਲ 'ਚ ਸਭ ਨੂੰ ਸਮਾਉਣ ਦੀ ਸਮਰੱਥਾ ਰੱਖਦੀ ਆ। ਲੋਕ ਜਿਹੜੇ ਆ ਬੜੇ ਡ੍ਰੀਮ ਲੈ ਕੇ ਆਉਂਦੇ ਨੇ ਤੇ ਇੱਥੇ ਆ ਕੇ ਫੁੱਲਫਿਲ ਹੁੰਦੇ ਨੇ। ਪਰ ਜੋ ਕੁਝ ਬੀਤਿਆ ਇਤਿਹਾਸ ਹੈ ਉਹਨੂੰ ਜੇ ਅਸੀਂ ਭੁੱਲ ਜਾਵਾਂਗੇ ਤੇ ਫਿਰ ਜਿਹੜੇ ਸਾਡੇ ਡ੍ਰੀਮ ਨੇ ਇਹ ਬਹੁਤਾ ਚਿਰ ਟਿਕ ਵੀ ਨਹੀਂ ਸਕਦੇ ਹੁੰਦੇ, ਜੇਕਰ ਅਸੀਂ ਆਪਣੇ ਪਿਛੋਕੜ ਤੋਂ ਜਾਣੂ ਨਹੀਂ ਹੁੰਦੇ। ਸੋ ਸਾਰੇ ਹੀ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪੂਰਾ ਗਿਆਨ ਹੋਣਾ ਚਾਹੀਦਾ। ਸੋ ਡਾਕਟਰ ਹਰਦੀਪ ਰਾ ਦੀ ਕਾਫੀ ਜਾਣਕਾਰੀ ਹੈ, ਤੇ ਸੋ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਅੱਜ ਦੇ ਦਿਨ ਤੁਸੀਂ ਆ ਕੇ ਸਾਡੇ ਨਾਲ ਕੈਨੇਡਾ ਦੀ ਹਿਸਟਰੀ ਤੇ ਇਹ ਸਾਰੀਆਂ ਚੀਜ਼ਾਂ ਸਾਂਝੀਆਂ ਕਰੋ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਆ, ਜਿਹੜੇ ਨੇਟਿਵ ਨਾਲ ਹੋਏ ਜ਼ੁਲਮ ਨੇ, ਇਹਨਾਂ ਦੀ ਕੀ ਦਾਸਤਾਨ ਆ, ਕਦੋਂ ਸ਼ੁਰੂ ਹੋਏ, ਕਿਵੇਂ ਹੋਏ, ਤੇ ਕੀ ਕੀ ਭਾਣੇ ਵਾਪਰੇ। ਦੇਖੋ ਹਰਦੀਪ ਜੀ, ਤੁਸੀਂ ਜ਼ਿਕਰ ਕੀਤਾ ਹੁਣੇ
ਕਿ ਇਹਨਾਂ ਦੀ ਗਿਣਤੀ ਜਿਹੜੇ ਇੱਥੋਂ ਦੇ ਇੰਡੀਜੀਨਸ ਲੋਕ ਨੇ, ਮੂਲ ਵਾਸੀ ਲੋਕ ਨੇ, ਇਹਨਾਂ ਦੀ ਗਿਣਤੀ ਕੋਈ ਘੱਟ ਨਹੀਂ ਹੈ। ਜੇ ਆਪਾਂ ਇਮੀਗ੍ਰੈਂਟਸ ਦੀ ਗੱਲ ਕਰਦੇ ਹਾਂ ਕਿ ਇਹ ਮੁਲਕ ਜਿਹੜਾ ਕੈਨੇਡਾ ਵਰਗਾ ਦੇਸ਼ ਹੈ, ਜਿਹੜਾ ਇੱਕ ਜਮਹੂਰੀ ਮੁਲਕ ਆ, ਇਹ ਇੱਥੋਂ ਦੇ ਕਾਇਦੇ ਕਾਨੂੰਨ ਨੇ ਜਿਹੜੇ ਉਹ ਇਮੀਗ੍ਰੈਂਟਸ ਨੇ, ਜਿਹੜੇ ਬਾਹਰੋਂ ਆਏ ਹੋਏ ਜਿਹੜੇ ਬਸਣ ਵਾਲੇ ਲੋਕ ਨੇ, ਉਹਨਾਂ ਦੇ ਵਾਸਤੇ ਇਹ ਜਿਹੜਾ ਮੁਲਕ ਹੈ ਰੈੱਡ ਕਾਰਪਟ ਦੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸਵਾਗਤ ਕਰਦਾ ਤੇ ਉਹਨਾਂ ਨੂੰ ਸੈਟਲਮੈਂਟ ਦੇ ਲਈ ਇਹ ਸਾਰਾ ਕੁਝ ਕਰਦਾ। ਪਰ ਜੇ ਹਿਸਟਰੀ ਦੇ ਆਪਾਂ ਤਹਿ ਤੱਕ ਜਾਈਏ, ਇਹ ਮੁਲਕ ਜਿਹੜਾ ਹੈਗਾ, ਜੇ ਬਾਹਰੋਂ ਆਉਣ ਵਾਲਿਆਂ ਦੀ ਅੱਜ ਲੱਗ ਰਿਹਾ ਕਿ ਉਹਨਾਂ ਨੂੰ ਰੈੱਡ ਕਾਰਪਟ ਵਿਛਾ ਰਿਹਾ ਹੈਗਾ, ਤੇ ਰੈੱਡ ਕਾਰਪਟ ਜਿਹੜੀ ਧਰਤੀ ਤੇ ਵਿਛੀ ਆ, ਕੈਨੇਡਾ ਦੀ ਧਰਤੀ ਜਿਹੜੀ ਹੈਗੀ ਆ, ਉਹ ਇੱਕ ਚੋਰੀ ਦੀ ਲੈਂਡ ਦੇ ਉੱਪਰ ਵਸਾਇਆ ਹੋਇਆ ਮੁਲਕ ਹੈ। ਤੇ ਜਿਹੜੇ ਲੋਕਾਂ ਤੋਂ ਇਹ ਧਰਤੀ, ਇਹ ਆਕਾਸ਼, ਇਹ ਸਭ ਕੁਝ ਜਰ ਜ਼ਮੀਨ ਖੋਇਆ ਗਿਆ, ਉਹ ਲੋਕ ਵੀ ਜਿਹੜੇ ਨੇ ਅੱਜ ਵੀ ਜਿਹੜੇ ਹੈਗੇ ਨੇ, ਉਹ ਚਾਹੇ ਉਹਨਾਂ ਨੂੰ ਸਦੀਆਂ ਤੋਂ ਉਹਨਾਂ ਦੀ ਗਿਣਤੀ ਲਗਾਤਾਰ ਘਟੀ ਆ, ਇੱਕ ਜੀਨੋਸਾਈਡ ਜਿਹੜਾ ਪਲਾਨਡ ਹੋਇਆ ਉਹਦੇ ਕੋਲ ਘਟੀ ਵੀ ਆ, ਪਰ ਫਿਰ ਵੀ ਅੱਜ ਦਾ ਸਰਵੇ ਕਹਿੰਦਾ ਹੈਗਾ ਕਿ 4.3% ਜਿਹੜੀ ਆਬਾਦੀ ਆ, ਅੱਜ ਦੀ ਆਬਾਦੀ ਦੇ ਵਿੱਚ 4.3% ਜਿਹੜੀ ਆਬਾਦੀ ਅੱਜ ਵੀ ਇਹਨਾਂ ਦੀ ਹੈਗੀ ਆ। ਤੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜੇ ਇੰਡੀਜੀਨਸ ਲੋਕ ਨੇ, ਇਹ ਸਾਨੂੰ ਸ਼ਹਿਰਾਂ 'ਚ ਸਾਨੂੰ ਹੋਰ ਕਿਤੇ ਦਿਖਦੇ ਨਹੀਂ, ਪਰ ਇਹਨਾਂ ਨੂੰ ਲਗਾਤਾਰ ਜਿਹੜਾ ਹੈਗਾ ਉਹ ਇੱਕ ਕੰਜ਼ਰਵੇਟਿਵ ਜਿਹੜੇ ਇੱਕ ਸੀ ਇਹਨਾਂ ਦੇ ਜਿਹੜੀ ਕੰਜ਼ਰਵੇਸ਼ਨ ਏਰੀਆ ਸੀ, ਜਿਹੜੇ ਇਹਨਾਂ ਦੀ ਰਿਜ਼ਰਵ ਬਣਾਏ ਇਹਨਾਂ ਲਈ, ਤੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਧੱਕਿਆ ਗਿਆ ਹੈਗਾ, ਜੰਗਲਾਂ ਦੇ ਵਿੱਚ ਦੂਰ ਦਰਾਡੇ ਧੱਕ ਕੇ ਉੱਥੇ ਇਹ ਮਾੜੀਆਂ ਹਾਲਤਾਂ 'ਚ ਅੱਜ ਵੀ ਰਹਿ ਰਹੇ ਨੇ। ਤੇ ਅੱਜ ਦਾ ਜਿਹੜਾ ਕੈਨੇਡਾ ਡੇ ਹੈਗਾ, ਜਿਹਦੇ 'ਚ ਜਿਹੜਾ ਹਮੇਸ਼ਾ ਖੁਸ਼ੀਆਂ ਦੇ ਰੂਪ 'ਚ ਮਨਾਇਆ ਜਾਂਦਾ ਰਿਹਾ, ਤੇ ਅੱਜ ਜਿਹੜੀ ਚਰਚਾ ਹਾਵੀ ਹੋ ਰਹੀ ਹੈਗੀ ਆ ਕਿ ਇੱਥੋਂ ਦੇ ਮੂਲ ਨਿਵਾਸੀ ਬੱਚੇ ਨੇ ਜਿਹੜੇ, ਉਹਨਾਂ ਨੂੰ ਉਹਨਾਂ ਦੀਆਂ ਕਬਰਾਂ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ, ਮਾਸ ਗ੍ਰੇਵਸ ਨੇ ਜਿਹੜੀਆਂ ਉਹ ਕੈਮਲੂਪਸ ਦੇ ਵਿੱਚ ਮਿਲੀਆਂ ਨੇ। ਤੇ ਇਸੇ ਤਰ੍ਹਾਂ ਸਸਕੈਚਵਨ ਦੇ ਵਿੱਚ ਕੌਸਸ ਕਬੀਲੇ ਦੇ ਜਿਹੜੇ ਮੁਖੀ ਨੇ, ਉਹਨਾਂ ਨੇ ਕਿਹਾ ਹੈਗਾ ਕਿ ਅਨਮਾਰਕਡ ਗ੍ਰੇਵਸ, ਜਿਨ੍ਹਾਂ ਦੀਆਂ ਨਿਸ਼ਾਨੀਆਂ ਸੀ ਜਿਹੜੀਆਂ ਉੱਪਰ, ਜਿਹੜਾ ਇੱਕ ਕਬਰ ਦੇ ਉੱਪਰ ਪੱਥਰ ਲਗਾਇਆ ਜਾਂਦਾ, ਉਹ ਹਟਾਇਆ ਗਿਆ। ਇਹਦਾ ਮਤਲਬ ਉਸ ਜਿਹੜੀ ਡੈਡ ਬੋਡੀ ਹੈਗੀ ਆ, ਉਹਦੇ ਉੱਤੇ ਮਿੱਟੀ ਪਾਈ ਗਈ ਆ, ਗੱਲ ਦੇ ਉੱਤੇ, ਇਤਿਹਾਸ ਦੇ ਉੱਤੇ ਮਿੱਟੀ ਪਾਈ ਗਈ ਆ ਕਿ ਉਹ ਲੋਕ, ਉਹ ਬੱਚੇ ਜਿਹੜੇ ਨੇ, ਉਸ ਸਕੂਲਾਂ ਦੇ ਨੇੜੇ ਜਿਹੜੀਆਂ ਕਬਰਾਂ ਨੇ, ਉਹ ਕਿਸ ਤਰ੍ਹਾਂ, ਕਿਹੜੇ ਲੋਕਾਂ ਦੀਆਂ ਬਣਾਈਆਂ ਗਈਆਂ, ਕਿਹੜੇ ਲੋਕ ਸੀ ਜਿਨ੍ਹਾਂ ਨੂੰ ਮਾਰਿਆ ਗਿਆ ਹੈਗਾ। ਤੇ ਇਹ ਗੱਲਾਂ ਜਿਹੜੀਆਂ ਨੇ, ਹੁਣ ਅੱਜ ਦੀ ਕੱਲ੍ਹ ਦੀ ਖਬਰ ਹੈਗੀ ਆ ਕਿ ਇੱਕ BC ਦੇ ਵਿੱਚ ਹੋਰ 81 ਜਿਹੜੇ ਬੱਚੇ ਹੈਗੇ ਨੇ, ਉਹ ਕਬਰਾਂ ਇਦਾਂ ਦੀਆਂ ਮਿਲੀਆਂ ਨੇ। ਕਹਿਣ ਦਾ ਮਤਲਬ ਆ ਕਿ ਜੇ ਇਹ ਪਰਤ ਖੁੱਲੀ ਆ, ਤਾਂ ਪਰਤ ਦਰ ਪਰਤ ਜਿਹੜੀ ਹੈਗੀ ਆ, ਜਿਹੜੇ ਰੈਜ਼ੀਡੈਂਸੀ ਸਕੂਲ ਜਿਹੜੇ ਮੂਲ ਨਿਵਾਸੀ ਬੱਚਿਆਂ ਲਈ ਖੋਲੇ ਗਏ ਸੀ, ਉਹਨਾਂ ਦੇ ਨੇੜੇ ਵੱਡੀ ਮਾਤਰਾ ਵਿੱਚ ਕਬਰਾਂ ਦੇ ਰੂਪ ਦੇ ਵਿੱਚ ਆਉਣੀਆਂ ਸ਼ੁਰੂ ਹੋਈਆਂ। ਇਹਦਾ ਮਤਲਬ ਕਿ ਇਨਵੈਸਟੀਗੇਸ਼ਨ ਕਰਨ ਵਾਲੀ ਗੱਲ ਹੈਗੀ ਆ ਇਹ, ਕਿ ਇਹਦਾ ਮਤਲਬ ਇਹ ਤਿੰਨ ਜਗ੍ਹਾ ਨਹੀਂ ਹੈ, ਇਹ ਹਜ਼ਾਰਾਂ ਬੱਚੇ ਨਹੀਂ ਹੈ, ਇਹ ਬੱਚਿਆਂ ਦੀ ਗਿਣਤੀ ਜਿਹੜੀ ਹੈਗੀ ਆ ਤੇ ਉਹ ਕਾਫੀ ਹੋ ਸਕਦੀ ਹੈ। ਜੇ ਹੁਣ ਕੈਨੇਡੀਅਨ ਰੈਜ਼ੀਡੈਂਸੀ, ਇੰਡੀਅਨ ਰੈਜ਼ੀਡੈਂਸੀ ਸਕੂਲ ਸਿਸਟਮ ਜਿਹੜਾ ਮੂਲ ਰੂਪ ਦੇ ਵਿੱਚ ਇਹਨਾਂ ਬੱਚਿਆਂ ਦੇ ਲਈ ਬਣਾਇਆ ਗਿਆ ਸੀ, ਉਹ ਬੇਸਿਕਲੀ ਸਕੂਲ ਨਹੀਂ ਸੀ, ਇਹ ਬੋਰਡਿੰਗ ਸਕੂਲਾਂ ਦਾ ਨੈਟਵਰਕ ਜਿਹੜਾ ਸੀ, ਜਦੋਂ ਕੈਨੇਡਾ ਹੋਂਦ ਵਿੱਚ ਆਇਆ, ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਜੌਨ ਏ ਮੈਕਡੋਨਲਡ, ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤੇ ਇਹਦੇ ਵਿੱਚ ਬੱਚੇ ਜਿਹੜੇ ਸੀਗੇ, ਉਹ ਇਦਾਂ ਨਹੀਂ ਸੀ ਕਿ ਉਹ ਮਾਂ-ਬਾਪ ਉਹਨਾਂ ਨੂੰ ਆਪ ਛੱਡ ਕੇ ਜਾਂਦੇ ਸੀ। ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਦੀਆਂ ਬਸਤੀਆਂ ਦੇ ਵਿੱਚੋਂ ਬੱਚਿਆਂ ਨੂੰ ਮਾਂ-ਬਾਪ ਤੋਂ ਕਿਡਨੈਪ ਕੀਤਾ ਗਿਆ ਤੇ ਦੂਰ ਦਰਾਡੇ ਜਾ ਕੇ ਬੋਰਡਿੰਗ ਸਕੂਲਾਂ ਦੇ ਨਾਂ ਦੇ ਉੱਤੇ ਇੰਡੀਅਨ ਰੈਜ਼ੀਡੈਂਸੀ ਸਕੂਲ ਸਿਸਟਮ ਜਿਹੜਾ ਬਣਾਇਆ, ਉਹਦੇ ਵਿੱਚ ਰੱਖਿਆ ਜਾਂਦਾ ਸੀ। ਤੇ ਉੱਥੇ ਜਿਹੜੇ ਬੱਚਿਆਂ ਦੇ ਮਾਂ-ਬਾਪ ਸੀ, ਉਹਨਾਂ ਨੂੰ ਮਿਲਣ ਦੀ ਵੀ ਮਨਾਹੀ ਸੀ, ਉਹਨਾਂ ਨੂੰ ਆਪਣੀ ਬੋਲੀ ਜਿਹੜੀ ਸੀ, ਜਿਹੜੀ ਇਹਦੀ ਖੁਦ ਦੀ ਨਿਊਟਸ ਮੈਟਿਸ, ਇੱਥੋਂ ਦੀਆਂ ਜਿਹੜੀਆਂ 45 ਦੇ ਕਰੀਬ ਲੋਕਲ ਬੋਲੀਆਂ ਜਿਹੜੀਆਂ ਨੇ, ਇੰਡੀਜੀਨਸ ਬੋਲੀਆਂ ਨੇ ਇੱਥੋਂ ਦੀਆਂ ਧਰਤੀ ਦੀਆਂ, ਉੱਥੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਇਹ ਸਾਰੇ ਸਕੂਲ ਸੀ ਜਿਹੜੇ, ਤੇ ਡਿਪਾਰਟਮੈਂਟਸ ਆਫ ਇੰਡੀਅਨ ਅਫੇਅਰਸ ਫੰਡਾਂ ਦੇ ਨਾਲ ਕ੍ਰਿਸਚਨ ਚਰਚ, ਰੋਮਨ ਕੈਥੋਲਿਕ ਚਰਚ ਸੀ, ਉਹਦੇ ਪ੍ਰਬੰਧਾਂ ਹੇਠ ਚਲਾਏ ਗਏ। ਤੇ ਇਹਨਾਂ ਸਕੂਲਾਂ ਦਾ ਮੰਤਵ ਇਹਨਾਂ ਬੱਚਿਆਂ ਲਈ ਆਪਣੇ ਕਲਚਰ ਤੇ ਭਾਸ਼ਾ ਨੂੰ ਭੁਲਾਉਣਾ ਅਤੇ ਕ੍ਰਿਸਚੀਅਨ ਕੈਨੇਡੀਅਨ ਕਲਚਰ ਜਿਹੜਾ ਸੀ ਉਹਦਾ ਹਿੱਸਾ ਬਣਾਉਣਾ ਸੀਗਾ। ਤੇ ਇਹਦੇ 'ਚ 30% ਉਸ ਸਮੇਂ ਦੇ 30% ਮੂਲ ਨਿਵਾਸੀ ਫਸਟ ਨੇਸ਼ਨ ਬੱਚੇ ਸੀ ਜਿਹੜੇ, ਉਹਨਾਂ ਨੂੰ ਕਿਡਨੈਪ ਕਰ ਕਰਕੇ ਲਿਆ ਕੇ ਉਹਨਾਂ ਵਿੱਚ ਆਪਣੇ ਦੇਸ਼ ਦੇ ਵਿੱਚ ਉਹਨਾਂ ਨੂੰ ਸਕੂਲਾਂ 'ਚ ਭਰਤੀ ਕੀਤਾ ਗਿਆ। ਤੇ ਉਸ ਸਮੇਂ ਇਹਨਾਂ ਦੀ ਗਿਣਤੀ ਜਿਹੜੀ ਆ
ਉਹ 1.5 ਲੱਖ ਦੇ ਕਰੀਬ ਅੰਦਾਜ਼ਾ ਲਾਇਆ ਗਿਆ ਕਿ 1.5 ਲੱਖ ਦੇ ਕਰੀਬ ਬੱਚੇ ਸੀ ਜਿਹੜੇ ਉਸ ਸਮੇਂ ਇਹ ਸਕੂਲਾਂ ਦੇ ਵਿੱਚ ਭਰਤੀ ਕੀਤੇ ਗਏ। ਤੇ ਇਹਨਾਂ ਸਕੂਲਾਂ ਦੀਆਂ ਮਾੜੀਆਂ ਹਾਲਤਾਂ ਕਰਕੇ ਬੱਚਿਆਂ ਦੀਆਂ ਮੌਤਾਂ ਦਾ ਜ਼ਿਕਰ ਆਮ ਤੌਰ ਤੇ ਹਿਸਟਰੀ ਦੇ ਵਿੱਚ ਆਉਂਦਾ ਰਿਹਾ, ਚਰਚਾ 'ਚ ਆਉਂਦਾ ਰਿਹਾ, ਜਿਹਦੇ ਮੁਤਾਬਕ ਇੱਕ ਅੰਦਾਜ਼ਾ ਲਗਾਇਆ ਜਾਂਦਾ ਸੀਗਾ, ਜਿਹੜੀ ਕਿ ਇਨਵੈਸਟੀਗੇਸ਼ਨ ਨਹੀਂ ਸੀ ਪੂਰੀ ਕੀਤੇ ਤੋਂ ਬਗੈਰ, ਜਿਹੜਾ ਅੰਦਾਜ਼ਾ ਸੀ ਮੋਟਾ ਜਿਹਾ, ਕਿ 3200 ਤੋਂ ਲੈ ਕੇ 6000 ਬੱਚੇ ਜਿਹੜੇ ਸੀਗੇ ਉਹ ਇਹਨਾਂ ਸਕੂਲਾਂ ਦੇ, ਬੋਰਡਿੰਗ ਸਕੂਲਾਂ ਦੇ ਵਿੱਚ ਮੌਤ ਦਾ ਸ਼ਿਕਾਰ ਹੋਏ, ਅੰਦਾਜ਼ਾ ਲਗਾਇਆ ਜਾਂਦਾ। ਪਰ ਜਿਹੜਾ ਹੁਣ ਵੱਡੀ ਪੱਧਰ ਤੇ ਖਬਰਾਂ ਲੱਭਣ ਦਾ ਸਿਲਸਿਲਾ ਸ਼ੁਰੂ ਹੋਇਆ ਹੈਗਾ, ਤੇ ਇਹ ਅੰਦਾਜ਼ਾ ਪਿਛਲਾ ਜਿਹੜਾ ਹੈਗਾ ਉਹ ਘੱਟ ਲੱਗਦਾ। ਇਹਦਾ ਮਤਲਬ ਇਨਵੈਸਟੀਗੇਸ਼ਨ ਕਰੇ ਤੇ ਇਹ ਗੱਲਾਂ ਬਹੁਤ ਜਿਹੜੀਆਂ ਨੇ ਹੋਰ ਵੀ ਸਾਹਮਣੇ ਆਉਣਗੀਆਂ ਕਿ ਕਿਸ ਤਰ੍ਹਾਂ ਇੱਥੋਂ ਦੇ ਧਰਤੀ ਦੇ ਲੋਕਾਂ ਨੂੰ ਜੀਨੋਸਾਈਡ ਕਰ ਕੀਤਾ ਗਿਆ, ਤੇ ਕਿਵੇਂ ਉਹਨਾਂ ਦਾ ਜਿਹੜਾ ਕਲਚਰ ਸੀ, ਉਹਨਾਂ ਦੀ ਬੋਲੀ ਸੀ, ਉਹਨਾਂ ਦਾ ਰਹਿਣ ਸਹਿਣ ਸੀ, ਉਹ ਕਿਸ ਤਰ੍ਹਾਂ ਤਬਾਹ ਕਰਕੇ ਜਿਹੜੀ ਬਸਤੀਵਾਦੀ ਹਕੂਮਤ ਸੀਗੀ ਉਹਨੇ ਕਿਸ ਤਰ੍ਹਾਂ ਇੱਥੇ ਆਪਣਾ ਦਾਬਾ ਜਿਹੜਾ ਸੀ ਉਹ ਹਰ ਸੰਭਵ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਗਈ। ਤੇ ਇਸੇ ਸਕੂਲਾਂ ਦੇ ਵਿੱਚ ਇਹ ਵੀ ਇੱਕ ਅੰਦਾਜ਼ਾ ਲਗਾਇਆ ਜਾਂਦਾ ਕਿ ਬਹੁਤੇ ਬੱਚੇ ਜਿਹੜੇ ਸੀਗੇ ਜਦੋਂ ਪੜ੍ਹਾਈ ਕਰਕੇ ਉਹਨਾਂ ਛੱਡਿਆ ਵੀ ਜਾਂਦਾ ਸੀ ਕਿ ਵਾਪਸ ਆਪਣੇ ਮਾਪਿਓ ਕੋਲ ਜਾਣਗੇ, ਪਰ ਉੱਥੋਂ ਬੱਚਿਆਂ ਨੂੰ ਜਦੋਂ ਆਪਣੇ ਮਾਪਿਓ ਵਾਲੀ ਭਾਸ਼ਾ ਨਹੀਂ ਸੀ ਆਉਂਦੀ, ਆਪਣੇ ਦਾਦੀ ਦਾਦੇ ਵਾਲੇ ਭਾਸ਼ਾ ਨਹੀਂ ਸੀ ਆਉਂਦੀ, ਤਾਂ ਉਹਦੇ ਕਰਕੇ ਬੱਚੇ ਕੱਟ ਹੋਇਆ ਮਹਿਸੂਸ ਕਰਦੇ ਰਹੇ, ਤੇ ਉਹ ਬੱਚੇ ਜਿਹੜੇ ਮਾਨਸਿਕ ਰੋਗਾਂ ਦਾ ਸ਼ਿਕਾਰ ਵੀ ਹੋਏ, ਤੇ ਉਹਨਾਂ ਵਿੱਚ ਆਤਮ ਹੱਤਿਆ ਦਾ ਦੌਰ ਵੀ ਵਾਪਸ ਪੜ੍ਹਾਈ ਤੋਂ ਬਾਅਦ ਫਿਰ ਵੀ ਨਜ਼ਰ ਆਉਂਦਾ ਰਿਹਾ ਉਸ ਸਮੇਂ ਵਿੱਚ ਵੀ। ਤੇ 1996 ਤੱਕ ਤੁਸੀਂ ਹੈਰਾਨ ਹੋਵੋਗੇ ਕਿ ਇਹ ਕੋਈ ਬਹੁਤਾ ਪੁਰਾਣੀਆਂ ਗੱਲਾਂ ਨਹੀਂ ਹੈਗੀਆਂ। 1996 ਤੱਕ ਸਕੂਲ ਜਿਹੜੇ ਰੈਜੀਡੈਂਸ਼ੀਅਲ ਸਕੂਲ ਜਿਹੜੇ ਸੀਗੇ ਹੌਲੀ ਕਰਦੇ 1996 ਤੱਕ ਲਾਸਟ ਸਕੂਲ ਸੀ ਜਿਹੜਾ ਉਹ ਬੰਦ ਕੀਤਾ ਗਿਆ। ਤੇ ਇਹ ਗੱਲਾਂ ਜਿਹੜੀਆਂ ਨੇ ਇੱਥੋਂ ਦੇ ਨੈਸ਼ਨ ਜਿਹੜੇ ਸੀਗੇ ਲੋਕ ਸੀ, ਜਿਹੜੇ ਇੰਡੀਜਨਸ ਲੋਕ ਸੀ, ਉਹਨਾਂ ਨੂੰ ਇੰਨੇ ਤਸ਼ੱਦਦ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਤੇ ਇਹ ਸਾਡੇ ਸਾਹਮਣੇ ਅੱਜ ਆ ਰਿਹਾ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਮਤਲਬ ਨਸਲੀ ਤੌਰ ਤੇ ਜਿਹੜਾ ਸੀ ਜੀਨੋਸਾਈਡ ਕੀਤਾ ਗਿਆ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਥੋੜਾ ਜਿਹਾ ਮੈਨੂੰ ਹੋਰ ਪਿੱਛੇ ਦੱਸੋ ਕਿ ਜਿਹੜੇ ਨੇਟਿਵ ਲੋਕ ਸੀਗੇ, ਜਿਹੜੇ ਇੱਥੇ ਟ੍ਰਾਈਬਸ ਵੱਖ-ਵੱਖ ਤੁਸੀਂ ਦੱਸਿਆ ਹੈਗੇ ਸੀਗੇ, ਹੁਣ ਵੀ ਹਨ ਨੇ, ਉਹਨਾਂ ਦੀਆਂ 45 ਬੋਲੀਆਂ ਵੀ ਤੁਸੀਂ ਦੱਸ ਰਹੇ ਹੋ, ਉਹਨਾਂ ਦਾ ਰਿਲੀਜਨ ਕੀ ਸੀਗਾ? ਔਰ ਦੂਸਰਾ ਸਵਾਲ ਮੇਰਾ ਨਾਲ ਲੱਗੋਂ ਹੀ ਇਹ ਆ ਕਿ ਕ੍ਰਿਸਚੈਨਿਟੀ ਬਾਰੇ ਬਹੁਤ ਜ਼ਿਆਦਾ ਇਹ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਸੌਫਟ ਧਰਮ ਹੈ, ਇਹਨਾਂ ਨੇ ਬਹੁਤ ਸਾਰੀਆਂ ਤਬਦੀਲੀਆਂ ਸਾਇੰਸ ਦੇ ਮੁਤਾਬਕ ਕਰ ਲੀਆਂ, ਬਾਈਬਲ ਦੇ ਵਿੱਚ ਜੋ ਲਿਖਿਆ ਗਿਆ ਉਹਨੂੰ ਚੇਂਜ ਕਰ ਲਿਆ, ਸਮੇਂ ਦੇ ਹਾਣ ਦੇ ਬਣ ਗਏ। ਔਰ ਨਾਲ ਦੀ ਨਾਲ ਜਦੋਂ ਇਹ ਪਿਛੋਕੜ ਤੇ ਜਾਂਦੇ ਆ ਆਪਾਂ, ਤੇ ਕ੍ਰਿਸਚੈਨਿਟੀ ਦਾ ਕਰੂਅਲ ਚਿਹਰਾ ਜਿਹੜਾ ਸਾਡੇ ਸਾਹਮਣੇ ਆਉਂਦਾ ਆ, ਤੇ ਉਹ ਜਿਹੜੀ ਗੱਲ ਹੈ ਉਹਦਾ ਕੀ ਮਤਲਬ ਹੈ, ਕੀ ਉਹਦਾ ਮਤਲਬ ਰਹਿ ਜਾਂਦਾ ਹੈ ਕਿ ਇਹ ਬੜਾ ਸਿਵਲਾਈਜ਼ਡ ਸੁਸਾਇਟੀ ਆ। ਤੇ ਹੁਣ ਵੀ ਜਿਹੜਾ ਪ੍ਰੈਸ਼ਰ ਬਣ ਰਿਹਾ ਹੈ ਕਿ ਪੋਪ ਦੇ ਉੱਤੇ ਕਿ ਇਹ ਮਾਫੀ ਜਿਹੜੀ ਆ ਉਹ ਮੰਗਣ, ਓਪਨਲੀ ਆ ਕੇ ਮਾਫੀ ਮੰਗਣ। ਇਹ ਗੱਲ ਟਰੂਡੋ ਹੋਰਾਂ ਨੇ ਵੀ ਕਹੀ ਆ। ਔਰ ਨੇਟਿਵ ਲੋਕਾਂ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜਾ ਮੈਂ ਗੱਲ ਕਰ ਰਿਹਾ ਸੀ ਕਿ ਅੰਦੋਲਨ ਦਾ ਰੂਪ ਬਣ ਰਿਹਾ ਹੈ, ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ। ਸੋ ਜਿਹੜੀ ਕ੍ਰਿਸਚੈਨਿਟੀ ਦਾ ਪਿਛੋਕੜ ਹੈ, ਇਹਨਾਂ ਤੇ ਕਿੱਦਾਂ ਠੋਸਿਆ ਗਿਆ, ਔਰ ਕੀ ਕ੍ਰਿਸਚਨ ਧਰਮ ਦੇ ਇੱਥੇ ਆਉਣ ਤੋਂ ਪਹਿਲਾਂ ਇਹ ਲੋਕ ਜਿਹੜੇ ਸੀਗੇ ਨੇਟਿਵ ਲੋਕ, ਉਹਨਾਂ ਦਾ ਵਿਸ਼ਵਾਸ ਕੀ ਸੀ, ਕਿਸ ਤਰ੍ਹਾਂ ਰਹਿੰਦੇ ਸੀ, ਉਹਨਾਂ ਦਾ ਧਾਰਮਿਕ ਮਰਿਆਦਾ ਕੋਈ ਸੀ, ਅੱਜ ਉਹ ਉਹਨੂੰ ਫਾਲੋ ਕਰਦੇ ਕਿ ਨਹੀਂ? ਥੋੜਾ ਜਿਹਾ ਪਿਛੋਕੜੇ ਵੀ ਸਾਨੂੰ ਦੱਸਿਓ ਜੀ। ਦੇਖੋ, ਆਪਾਂ ਇਕੱਲੇ ਇਸ ਧਰਤੀ ਤੇ ਨਹੀਂ, ਬਾਕੀ ਜੇ ਆਪਾਂ ਧਰਤੀਆਂ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਸਾਰੀ ਥਾਵਾਂ ਦੀ ਗੱਲ ਕਰੀਏ, ਤੇ ਉਹਦੇ ਚ ਕਬੀਲਾ ਦੌਰ ਦੇ ਰੂਪ ਚ ਆਪਾਂ ਸੋਚ ਸਕਦੇ ਹਾਂ, ਚਿੱਤਰ ਸਕਦੇ ਹਾਂ ਗੱਲ ਕਿ ਜਿਹੜੇ ਇੱਥੋਂ ਦੇ ਲੋਕ ਵੀ ਜਿਹੜੇ ਇੱਕ ਸਮੂਹ ਦੇ ਵਿੱਚ, ਕਬੀਲਿਆਂ ਦੇ ਸਮੂਹ ਦੀ ਤਰ੍ਹਾਂ ਇੱਥੇ ਰਹਿ ਰਹੇ ਸੀ, ਜਿਹੜੇ ਇਸ ਧਰਤੀ ਦੇ ਉੱਤੇ, ਤੇ ਬਸਤੀਵਾਦੀ ਲੋਕਾਂ ਦੇ ਆਉਣ ਤੋਂ ਪਹਿਲਾਂ ਦੀ ਗੱਲ ਆਪਾਂ ਕਰੀਏ ਤਾਂ ਉਹਨਾਂ ਦਾ ਆਪਣੇ ਜਿਵੇਂ ਆਪਾਂ ਕਹੀਏ ਵੀ ਸੂਰਜ ਨੂੰ, ਅੱਗ ਨੂੰ, ਤੇ ਜਿਹੜੇ ਹੋਰ ਆਸੇ-ਪਾਸੇ ਦੇ ਉਹਨਾਂ ਦੇ ਜੰਗਲਾਂ ਦੇ ਜਾਨਵਰ ਸੀਗੇ, ਉਹਨਾਂ ਨੂੰ ਪੂਜਣ ਦਾ, ਉਹਨਾਂ ਦੀ ਮਨਮਨਾਹਤ ਦਾ ਇਹ ਗੱਲ ਇਹਨਾਂ 'ਚ ਪ੍ਰਚਲਿਤ ਸੀਗੀ। ਉਹ ਆਪਣੇ ਕਬੀਲੇ ਦਾ ਧਰਮ ਸ਼ਬਦ ਨਾਮ ਤਾਂ ਉਸ ਸਮੇਂ ਚਾਹੇ ਨਾ ਹੁੰਦਾ ਹੋਵੇ, ਪਰ ਉਹ ਉਹਨਾਂ ਦੇ ਮਨਮਨਾਹਤ ਸੀ ਜਿਹੜਾ, ਉਹ ਇੱਕ ਤਰ੍ਹਾਂ ਸੀਗਾ। ਤੇ ਇਹ ਜਿਹੜੇ ਸੰਸਾਰ ਭਰ ਦੇ ਰਜਿਸਟਰਡ ਧਰਮ ਨੇ, ਕ੍ਰਿਸਚੈਨਿਟੀ ਹੈ, ਮੁਸਲਿਮ ਧਰਮ ਆ, ਹਿੰਦੂ ਧਰਮ ਆ, ਜਾਂ ਹੋਰ ਇਦਾਂ ਦੇ ਰਜਿਸਟਰਡ ਧਰਮ ਆਪਾਂ ਕਹਿ ਸਕਦੇ ਹਾਂ, ਉਸ ਸਮੇਂ ਇੱਥੇ ਉਦਾਂ ਦਾ ਧਰਮ ਨਾਂ ਦੀ ਕੋਈ ਚੀਜ਼ ਇਸ ਤਰ੍ਹਾਂ ਦੀ ਨਹੀਂ ਸੀਗੀ। ਤੇ ਕ੍ਰਿਸਚੈਨਿਟੀ ਨੇ
ਜਿਹੜਾ ਜਦੋਂ ਦਾਬੇ ਦਾ ਦੌਰ ਇੱਥੇ ਸ਼ੁਰੂ ਹੁੰਦਾ ਹੈਗਾ, ਯੂਰਪੀਅਨ ਲੋਕ ਇੱਥੇ ਆਉਂਦੇ ਹੈਗੇ ਨੇ, ਤਾਂ ਯੂਰਪੀਅਨ ਲੋਕ ਜਿਹੜੇ ਸੀ ਉਹ ਤਲਵਾਰ ਦੇ ਨਾਲ ਨਾਲ, ਬੰਦੂਕਾਂ ਦੇ ਨਾਲ ਨਾਲ ਬਾਈਬਲ ਜਿਹੜੀ ਸੀ ਉਹਨੂੰ ਵੀ ਨਾਲ ਲੈ ਕੇ ਆਏ, ਤੇ ਉਹਨੂੰ ਵੀ ਤਲਵਾਰ ਦੇ ਨਾਲ ਨਾਲ ਬਾਈਬਲ ਜਿਹੜੀ ਸੀ ਉਹ ਐਸਟੈਬਲਿਸ਼ ਹੁੰਦੀ ਗਈ। ਤੇ ਜਿੱਥੇ ਜਿੱਥੇ ਉਹ ਜਗ੍ਹਾ ਖਾਲੀ ਕਰਾਉਂਦੇ ਗਏ, ਉੱਥੇ ਉੱਥੇ ਉਹ ਚਰਚ ਜਿਹੜੇ ਸੀ ਆਪਣੇ ਉਹ ਧਰਮ ਦੇ ਨਾਂ ਦੇ ਉੱਤੇ ਹੋਂਦ ਵਿੱਚ ਆਉਂਦੇ ਰਹੇ। ਤੇ ਇਸ ਤਰ੍ਹਾਂ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਸੀ ਉਹ ਇੱਕ ਉੱਥੋਂ ਦਾ ਯੂਰਪੀਅਨ ਸੱਭਿਆਚਾਰ, ਯੂਰਪੀਅਨ ਧਰਮ ਜਿਹੜਾ ਸੀ, ਉਹਨਾਂ ਨੂੰ ਜ਼ਬਰਦਸਤੀ ਉਹਨਾਂ ਨੂੰ ਰਟਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਸਮੇਂ। ਡਾਕਟਰ ਸਾਹਿਬ, ਜਿੱਥੇ ਇੱਕ ਪਾਸੇ ਕੰਕਾਲ ਲਗਾਤਾਰ ਮਿਲ ਰਹੇ ਨੇ, ਉੱਥੇ ਨਾਲ ਨਾਲ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਨੇਟਿਵ ਦੇ ਏਰੀਆ ਨੇ ਜਿਹੜੇ ਉਹਨਾਂ ਦੇ ਮਾਰਕਡ ਏਰੀਆ ਨੇ, ਮੇਰੇ ਖਿਆਲ ਕਾਫੀ ਜ਼ਿਆਦਾ ਰਿਜ਼ਰਵ ਨੇ ਇੱਥੇ ਕੈਨੇਡਾ ਦੇ ਵਿੱਚ। ਉਹਨਾਂ ਦੀ ਡਿਟੇਲ ਤੁਹਾਡੇ ਕੋਲ ਹੋਏਗੀ। ਮੇਰੇ ਖਿਆਲ 'ਚ 149 ਦੇ ਕਰੀਬ ਸ਼ਾਇਦ ਰਿਜ਼ਰਵ ਹੈ ਨੇ ਇੱਥੇ ਅਜੇ ਵੀ। ਤੇ ਉਹਨਾਂ ਦੇ ਵਿੱਚ ਜਿਹੜੇ ਚਰਚ ਬਣਾਏ ਗਏ ਨੇ, ਉਹਨਾਂ ਨੂੰ ਅੱਗਾਂ ਲੱਗ ਰਹੀਆਂ ਨੇ। 2-3 ਘਟਨਾਵਾਂ ਇਦਾਂ ਦੀਆਂ ਹੋ ਗਈਆਂ, 2 ਚਰਚ ਇੱਕ ਜਗ੍ਹਾ ਇੱਕ। ਉਹਦੇ ਪਿੱਛੇ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਰੋਹ ਦੇ ਵਿੱਚੋਂ ਨਿਕਲੇ, ਉਹ ਆਪ ਅੱਗ ਲਗਾ ਰਹੇ ਨੇ, ਜਾਂ ਫਿਰ ਇਹ ਵੀ ਕੋਈ ਇੱਕ ਸ਼ਰਾਰਤ ਹੈ ਕਿ ਉਹ ਚਰਚ ਨੂੰ ਅੱਗ ਲਾ ਕੇ ਉੱਥੇ ਕੋਈ ਕਿਸ ਤਰ੍ਹਾਂ ਦਾ ਜਿਹੜਾ ਵਾ ਇੱਕ ਨਵੀਂ ਤਰ੍ਹਾਂ ਦਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ ਹਰਜੀਤ ਜੀ, ਜੇ ਆਪਾਂ ਮਤਲਬ ਜਿਹੜੀ ਹੁਣ ਘਟਨਾਵਾਂ ਜਿਹੜੀਆਂ ਜਦੋਂ ਦੇ ਬੱਚਿਆਂ ਦੇ ਕੰਕਾਲ ਮਿਲਣ ਦੀ ਹੁਣ ਚਰਚਾ ਚੱਲੀ ਆ, ਤੇ ਉਹਦੇ ਵਿੱਚ 1-2 ਥਾਵਾਂ ਤੇ ਇਦਾਂ ਦੀਆਂ ਜਿਹੜੀ ਚਰਚ ਨੇ, ਧਾਰਮਿਕ ਜਗ੍ਹਾ ਨੇ, ਉਹਨਾਂ ਦੇ ਵਿੱਚ ਅੱਗ ਲੱਗਣ ਦੀ ਘਟਨਾ ਹੈਗੀ ਆ। ਤੇ ਉਹਦੇ ਵਿੱਚ ਕਿਸੇ ਸਾਜ਼ਿਸ਼, ਕਨਸਪੀਰੇਸੀ ਤੋਂ ਪੁਲਿਸ ਨੇ ਚਾਹੇ ਇਨਕਾਰ ਨਹੀਂ ਕੀਤਾ, ਪਰ ਫਿਰ ਵੀ ਇਹ ਗੱਲ ਸਿੱਧੇ ਰੂਪ ਵਿੱਚ ਆਪਾਂ ਕਿਸੇ ਦੇ ਦੋਸ਼ ਨਹੀਂ ਵੱਢ ਸਕਦੇ ਕਿ ਇਹ ਜਿਹੜੇ ਸਾਡੇ ਇੰਡੀਜੀਨਸ ਲੋਕ ਨੇ ਉਹਨਾਂ ਦੇ ਵੱਲੋਂ, ਕਬੀਲਿਆਂ ਵੱਲੋਂ ਲਗਾਈ ਗਈ ਆ। ਇਦਾਂ ਦੀ ਨਹੀਂ ਹੈ, ਕਿਉਂਕਿ ਜਿਹੜੇ ਹੁਣ ਇੱਥੋਂ ਦੇ ਜੇ ਆਪਾਂ ਕਹੀਏ 2011 ਦੀ ਜਨਗਣਨਾ ਜਿਹੜੀ ਹੋਈ ਸੀਗੀ, ਤੇ ਉਹਦੇ ਵਿੱਚ 14 ਲੱਖ ਦੇ ਕਰੀਬ ਆਬਾਦੀ ਜਿਹੜੀ ਹੈਗੀ ਆ ਉਹ ਇਸ ਆਪਣੇ ਪੂਰੇ ਕੈਨੇਡਾ ਦੇ ਵਿੱਚ ਮੰਨੀ ਜਾਂਦੀ ਆ, ਜਿਹੜੀ ਕਿ ਆਪਣੀ ਕੈਨੇਡਾ ਦੀ ਕੁੱਲ ਵਸੋਂ ਜਿਹੜੀ ਹੈਗੀ ਆ ਉਹਦਾ 4.3% ਹਿੱਸਾ ਜਿਹੜਾ ਉਹ ਮੰਨਿਆ ਜਾਂਦਾ। ਤੇ ਉਹਦੇ ਵਿੱਚ ਅੱਜ ਤੱਕ ਜਿਹੜੇ ਸੀ ਉਹ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਚਰਚ ਜਿਹੜੇ ਸੀਗੇ ਉਹ ਹੈ ਵੀ ਸੀ, ਤੇ ਇੱਥੋਂ ਦੇ ਉਹ ਲੋਕ ਸੀ ਜਿਹੜੇ ਉਹਨਾਂ ਦੇ ਇੰਡੀਜਨਸ ਲੋਕ ਸੀ, ਉਹ ਆਪਣੀਆਂ ਮਨਮਨੌਤਾਂ ਦੇ ਨਾਲ ਨਾਲ ਉਹਨਾਂ ਨੇ ਕਦੀ ਵੀ ਧਰਮ ਦੇ ਪ੍ਰਤੀ ਇਦਾਂ ਦਾ ਵਤੀਰਾ ਜਿਹੜਾ ਸੀ ਨਜ਼ਰ ਕਦੀ ਨਹੀਂ ਸੀ ਆਇਆ। ਤੇ ਚਾਹੇ ਬਸਤੀਵਾਦੀ ਜਿਹੜੀਆਂ ਦਾਬਾ ਸੀ ਉਹਦੇ ਖਿਲਾਫ ਤਾਂ ਉਹਨਾਂ ਦੇ ਚ ਰੋਹ ਅੱਜ ਵੀ ਕਾਇਮ, ਅੱਜ ਵੀ ਉਹ ਆਪਣੇ ਦਾਦੇ ਪੜਦਾਦਿਆਂ ਦੀਆਂ ਗੱਲਾਂ ਜਿਹੜੀਆਂ ਸੀ ਦਾਬੇ ਦੀਆਂ, ਉਹਨਾਂ ਦਾ ਕਤਲੇਗਾਤ ਸਾਰਾ ਕੁਝ ਉਹਨਾਂ ਧਿਆਨ ਚ ਆ। ਤੇ ਜਿੱਥੋਂ ਤੱਕ ਤੁਸੀਂ ਰਿਜ਼ਰਵਾਂ ਦੀ ਗੱਲ ਕੀਤੀ ਹੈਗੀ ਆ, ਤੁਸੀਂ ਹੈਰਾਨ ਹੋਵੋਗੇ ਕਿ ਇਹ ਕੋਈ 100-150 ਰਿਜ਼ਰਵ ਨਹੀਂ ਹੈ ਜਿਹੜਾ ਪੂਰੇ ਕੈਨੇਡਾ ਦੇ ਵਿੱਚ ਹੈਗਾ। 600 ਦੇ ਕਰੀਬ ਇਹ ਮਨੁੱਖੀ ਰਿਜ਼ਰਵ ਜਿਹੜੇ ਨੇ ਕੰਜ਼ਰਵੇਟਿਵ ਏਰੀਆ ਆਪਾਂ ਕਹਿ ਸਕਦੇ ਹਾਂ, ਜਿਵੇਂ ਆਪਾਂ ਕਹਿ ਦਈਏ ਵੀ ਜੰਗਲੀ ਜਾਨਵਰਾਂ ਦੇ ਲਈ, ਜੰਗਲੀ ਹੋਰ ਚੀਜ਼ਾਂ ਲਈ ਬਣਾਏ ਗਏ ਨੇ। 600 ਦੇ ਕਰੀਬ ਮਨੁੱਖੀ ਰਿਜ਼ਰਵ ਨੇ ਇਹ, ਜਿੱਥੇ ਇੰਡੀਜੀਨਸ ਲੋਕ ਸਾਡੇ ਇੱਥੋਂ ਦੇ ਧਰਤੀ ਦੇ ਮਾਲਕ ਜਿਹੜੇ ਨੇ ਉੱਥੇ ਰਹਿ ਰਹੇ ਨੇ। ਤੇ ਇਹ 600 ਜਿਹੜੇ ਰਿਜ਼ਰਵ ਨੇ ਉਹਨਾਂ ਦੀ ਹਾਲਤ ਜਿਹੜੀ ਹੈਗੀ ਆ, ਕੋਈ ਇਦਾਂ ਨਹੀਂ ਹੈ ਕਿ ਆਪਾਂ ਕਹੀਏ ਵੀ ਆਪਣੇ ਜਿਹੜੇ ਸ਼ਹਿਰ ਨੇ, ਬਰੈਂਪਟਨ ਹੈਗਾ ਜਾਂ ਹੋਰ ਚੰਗੇ ਚੰਗੇ ਸ਼ਹਿਰ ਨੇ, ਸਰੀ ਆ ਜਾਂ ਹੋਰ ਆ, ਵੀ ਉਹਨਾਂ ਵਰਗੀ ਹਾਲਤ ਆ। ਉਹਨਾਂ ਦੀ ਜਿਹੜੀ ਰਿਜ਼ਰਵ ਨੇ ਉਹਨਾਂ ਦੀ ਹਾਲਤ, ਜੀਵਨ ਪੱਧਰ ਜਿਹੜਾ ਹੈਗਾ ਬਹੁਤ ਨੀਵੇਂ ਪੱਧਰ ਦਾ ਜੀਵਨ ਪੱਧਰ। ਸਹੂਲਤਾਂ ਪੱਖੋਂ ਜੇ ਆਪਾਂ ਕਹਿ ਸਕਦੇ ਹਾਂ ਕਿ ਸਹੂਲਤਾਂ ਪੱਖੋਂ ਪਾਣੀ ਦੀ ਕਮੀ ਦੇ ਨਾਲ ਵੀ ਜੂਝ ਰਹੇ ਨੇ ਲੋਕ ਉੱਥੇ ਰਿਜ਼ਰਵਾਂ ਦੇ ਵਿੱਚ। ਲੋਕ ਜਿਹੜੇ ਨੇ, ਜਿਹੜੀਆਂ ਬੇਸਿਕ ਸਹੂਲਤਾਂ ਨੇ ਇਹਦੀਆਂ, ਵਾਸ਼ਰੂਮ ਦੀਆਂ, ਆਪਣੇ ਟਾਇਲਟ ਦੀਆਂ, ਉਹਨਾਂ ਦੀ ਹਾਲਤ ਵੀ ਮਾੜੀ ਆ। ਈਵਨ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਜਿਹੜੀ ਚੀਜ਼ ਆਪਾਂ ਨੂੰ ਜੇ ਕੋਈ 1 ਪਾਉਂਡ ਦੀ ਚੀਜ਼ ਮਿਲਦੀ ਹੈਗੀ ਆ, ਤਾਂ ਉੱਥੇ ਚੀਜ਼ਾਂ ਦੀ ਕੀਮਤ ਜਿਹੜੀ ਹੈਗੀ ਆ ਉਹ 10-10 ਗੁਣਾ, ਕਿਉਂਕਿ ਉਹ ਦੂਰ ਦਰਾਡੇ ਇੰਨਾ ਹੈਗਾ ਉੱਥੇ ਪਹੁੰਚਾਉਣ ਦੇ ਲਈ, ਉੱਥੇ ਕਰਨ ਦੇ ਲਈ ਉਹਨਾਂ ਨੂੰ ਉੱਥੇ ਚੀਜ਼ਾਂ ਪਹੁੰਚਾਉਣੀਆਂ ਵੀ ਮੁਸ਼ਕਲ ਨੇ। ਇੱਕ ਕੈਨੇਡੀਅਨ ਜੀ ਡਾਕਟਰ ਸਾਹਿਬ, ਜਦੋਂ ਅਸੀਂ ਕੈਨੇਡਾ ਨਹੀਂ ਸੀ ਆਏ ਤੇ ਕੈਨੇਡਾ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਸੀ, ਭਾਰਤ ਵਿੱਚ ਬੈਠੇ ਹੋਏ ਜਾਂ ਇੱਥੋਂ ਗਏ ਕੁਝ ਸੱਜਣਾਂ ਨੂੰ ਪੁੱਛਦੇ ਸੀ, ਲੋਕਾਂ ਦੀ ਡੀਪ ਸਟੱਡੀ ਨਹੀਂ ਹੁੰਦੀ ਜਿਵੇਂ ਤੁਸੀਂ ਇਹ ਸਾਰਾ ਕੁਝ ਵੇਖਿਆ ਹੈ। ਮੈਨੂੰ ਘੱਟੋ ਘੱਟ ਇਸ ਤਰ੍ਹਾਂ ਦੱਸਿਆ ਗਿਆ ਸੀਗਾ ਕਿ ਜਿਹੜੇ ਨੇਟਿਵ ਲੋਕ ਨੇ ਉਹਨਾਂ ਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ, ਸਰਕਾਰ ਉਹਨਾਂ ਨੂੰ ਇੰਨਾ ਪੈਸਾ ਘਰ ਬੈਠਿਆਂ ਨੂੰ ਦੇ ਦਿੰਦੀ ਆ ਕਿ ਉਹ ਲੋਕ ਜਿਹੜੇ ਆ ਉਹ ਵਿਹਲੜ ਹੋ ਗਏ ਨੇ, ਨਸ਼ਿਆਂ 'ਚ ਗਲਤਾਨ ਨੇ। ਉਹਨਾਂ ਦੇ ਰਿਜ਼ਰਵ 'ਚ ਜਾਓ ਤੇ ਤੁਹਾਨੂੰ ਸਿਗਰਟਾਂ ਦੇ
ਢੇਰ ਮਿਲਣਗੇ ਉਹਨਾਂ ਦੇ, ਉਹ ਸ਼ਰਾਬ ਫਰੀ ਵਰਗੀ ਕੀਮਤ ਮਿਲਦੀ ਆ, ਕੋਈ ਐਕਸਾਈਜ਼ ਡਿਊਟੀ ਨਹੀਂ ਲੱਗਦੀ। ਦੋ ਤਰ੍ਹਾਂ ਦੇ ਇਹਦੇ ਤੋਂ ਚੀਜ਼ਾਂ ਉੱਭਰ ਕੇ ਸਾਹਮਣੇ ਆਉਂਦੀਆਂ ਸੀ। ਇੱਕ ਤੇ ਆਉਂਦੀ ਸੀ ਇਹ ਕਿ ਸ਼ਾਇਦ ਸਰਕਾਰੀ ਪੱਧਰ ਤੇ ਉਹਨਾਂ ਨੂੰ ਆਈਸੋਲੇਟ ਕਰਨ ਲਈ ਇਦਾਂ ਦਾ ਕੁਝ ਕੀਤਾ ਗਿਆ ਹੋਵੇ, ਔਰ ਦੂਸਰਾ ਕੁਝ ਇਦਾਂ ਦਾ ਪ੍ਰਭਾਵ ਵੀ ਸਿਰਜਦੇ ਸੀ ਕੁਝ ਲੋਕ ਕਿ ਉਹ ਲੋਕ ਤੇ ਐਸ਼ ਕਰਦੇ ਨੇ, ਉਹਨਾਂ ਨੂੰ ਤੇ ਇੰਨਾ ਕੁਝ ਕੈਨੇਡਾ ਦੀ ਗਵਰਨਮੈਂਟ ਦੇ ਦਿੰਦੀ ਆ ਕਿ ਉਹਨਾਂ ਨੂੰ ਕੰਮ ਹੀ ਨਹੀਂ ਕਰਨਾ ਪੈਂਦਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਤੁਸੀਂ ਇਹ ਤੇ ਰਿਸਰਚ ਕੀਤੀ ਹੋਏਗੀ ਕਿ ਦਰਅਸਲ ਅਸਲੀਅਤ ਕੀ ਹੈ ਇਹਦੇ ਪਿੱਛੇ? ਦੇਖੋ, ਅਸਲੀਅਤ ਇਹ ਹੁੰਦਾ ਕਿ ਅਸੀਂ ਤਸਵੀਰ ਦਾ ਇੱਕ ਪਾਸਾ, ਜਿਸ ਬੇੜੀ 'ਚ ਅਸੀਂ ਸਵਾਰ ਹੁੰਦੇ ਆ, ਉਸ ਬੇੜੀ ਦੇ ਵਿੱਚ ਜਿਹੜਾ ਸਾਡਾ ਮਲਾਹ ਹੁੰਦਾ, ਜੋ ਸਾਨੂੰ ਕਿਸੇ ਕਹਾਣੀਆਂ ਸੁਣਾਉਂਦਾ, ਆਪਾਂ ਉਹਦੇ ਤੇ ਅੱਖਾਂ ਮੀਚ ਕੇ ਯਕੀਨ ਕਰਦੇ ਵੀ ਆ, ਤੇ ਇੱਕ ਆਪਣੀ ਸਮਝਦਾਰੀ ਦੀ ਕਮੀ ਕਰਕੇ ਉਹ ਸਾਨੂੰ ਗੱਲਾਂ ਜਿਹੜੀਆਂ ਨੇ ਉਹ ਸੱਚ ਲੱਗਦੀਆਂ ਨੇ, ਕਿਉਂਕਿ ਦੂਜਾ ਪੱਖ ਅਸੀਂ ਉਹਦੇ ਦੇਖਿਆ ਨਹੀਂ ਹੁੰਦਾ। ਹੁਣ ਜਿੱਥੋਂ ਤੱਕ ਸਹੂਲਤਾਂ ਦੀ ਗੱਲ ਆਪਾਂ ਕਹਿੰਦੇ ਆ, ਆਮ ਜ਼ਿਕਰ ਆਪਾਂ ਸੁਣਦੇ ਆ ਕੈਨੇਡਾ ਦੇ ਵਿੱਚ ਲੋਕਾਂ ਤੋਂ ਕਿ ਉਹ ਲੋਕਾਂ ਨੂੰ ਜਿਹੜਾ ਸੀ ਉਹਨਾਂ ਨੂੰ ਟੈਕਸ ਮਾਫ ਨੇ, ਉਹਨਾਂ ਨੂੰ ਸੜਕਾਂ ਦਾ ਟੈਕਸ ਨਹੀਂ ਦੇਣਾ ਪੈਂਦਾ, ਉਹਨਾਂ ਦੇ ਕਾਰਡ ਬਣੇ ਹੋਏ ਨੇ, ਉਹਦੇ 'ਚ ਸਹੂਲਤਾਂ ਉਹਨਾਂ ਦਿੱਤੀਆਂ ਨੇ, ਉਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਆ। ਬਿਲਕੁਲ ਠੀਕ ਆ ਤੁਹਾਡੀ ਗੱਲ। ਜੇ ਆਪਾਂ ਸੋਚੀਏ ਵਿਚਾਰੀਏ ਤੇ ਅੱਜ ਜਿਹੜੇ ਧਰਤੀ ਦੇ ਸਰਮਾਏ ਦੇ ਮਾਲਕ, ਸਰਮਾਏਦਾਰੀ ਜਮਾਤ ਆ, ਤੇ ਉਹ ਜਿਹੜੇ ਲੱਖਾਂ ਕਰੋੜਾਂ ਅਰਬਾਂ ਪਤੀ ਲੋਕ ਨੇ ਜਿਨ੍ਹਾਂ ਦੀ ਗਿਣਤੀ ਦਾ ਹਿਸਾਬ ਨਹੀਂ ਹੈ ਜਿਨ੍ਹਾਂ ਦੇ ਕੋਲ, ਤੇ ਉਹ ਲੋਕ ਵਿਹਲੇ ਬੈਠੇ ਮੌਜਾਂ ਕਰ ਸਕਦੇ ਨੇ, ਤੇ ਇਹ ਲੋਕ ਕਿਉਂ ਨਹੀਂ ਕਰ ਸਕਦੇ? ਇਹ ਗੱਲ ਮੈਂ ਇਸ ਸੰਦਰਭ 'ਚ ਕਹਿ ਰਿਹਾ ਕਿ ਜਦੋਂ 600 ਦੇ ਕਰੀਬ ਰਿਜ਼ਰਵ ਬਣੇ ਸੀਗੇ, ਜਦੋਂ ਕੈਨੇਡਾ ਬਣਿਆ ਹੈਗਾ, ਉਸ ਸਮੇਂ ਜਿਹੜੇ ਐਗਰੀਮੈਂਟ ਹੋਇਆ ਸੀ ਇਹਨਾਂ ਦਾ, ਲੜ ਕੇ ਲਗਾਤਾਰ ਐਗਰੀਮੈਂਟ ਬਣਦੇ ਗਏ, ਐਗਰੀਮੈਂਟ ਟੁੱਟਦੇ ਗਏ, ਉਹਨਾਂ ਦੀ ਜਗ੍ਹਾ ਘਟਦੀ ਗਈ, ਤੇ ਉਹ ਸੀਗਾ ਕਿ ਇਹ ਜਗ੍ਹਾ ਤੁਹਾਡੀ ਆ। 600 ਰਿਜ਼ਰਵ ਦਾ ਮਤਲਬ ਇਹ ਹੈਗਾ ਕਿ ਇਹ ਜਗ੍ਹਾ ਤੁਹਾਡੀ ਆ, ਇੱਥੇ ਅਸੀਂ ਨਹੀਂ ਆਵਾਂਗੇ, ਤੇ ਤੁਸੀਂ ਸਾਨੂੰ ਬਾਹਰ ਨਿਕਲ ਕੇ ਤੁਸੀਂ ਸਾਨੂੰ ਇੰਟਰਫੇਅਰ ਨਹੀਂ ਕਰਨਾ। ਤੇ ਇਹ ਬਾਕੀ ਜਿਹੜਾ ਹੈ ਕੈਨੇਡਾ ਮੁਲਕ ਜਿਹੜਾ ਬਣ ਗਿਆ, ਤੇ ਉਹਦੇ ਵਿੱਚ ਇਹ ਵੀ ਤੈਅ ਸੀ ਕਿ ਜਿਹੜਾ ਤੁਹਾਡਾ ਏਰੀਆ ਹੈਗਾ ਉਹਦੇ 'ਚ ਤੁਹਾਡਾ ਅਧਿਕਾਰ ਹੋਏਗਾ, ਉੱਥੇ ਜੇ ਅਸੀਂ ਮਾਈਨਿੰਗ ਕਰਦੇ ਆ ਜਾਂ ਹੋਰ ਚੀਜ਼ਾਂ ਕਰਦੇ ਆ ਤੁਹਾਨੂੰ ਰਾਇਲਟੀ ਦਿੱਤੀ ਜਾਵੇਗੀ। ਮੈਂ ਰਾਇਤ ਵਾਲੀ ਗੱਲ ਤੇ ਬਦਲੇ ਮੈਂ ਰਾਇਲਟੀ ਦੀ ਗੱਲ ਕਰਾਂਗਾ ਕਿ ਰਾਇਲਟੀ ਦਾ ਐਗਰੀਮੈਂਟ ਹੋਏ ਨੇ ਬਕਾਇਦਾ ਲਿਖਤੀ ਰੂਪ 'ਚ, ਲੜਾਈ ਜਦੋਂ ਬੰਦ ਹੋਈ ਹੈ ਉਹਦੇ ਨਾਲ, ਕਿ ਤੁਹਾਨੂੰ ਉਸ ਜਗ੍ਹਾ ਦੀ ਰਾਇਲਟੀ ਦਿੱਤੀ ਜਾਊਗੀ। ਪਰ ਰਾਇਲਟੀ ਦੇ ਨਾਂ ਦੇ ਉੱਤੇ ਤੇ ਅੱਜ ਵੀ ਜਿੱਥੇ ਮਾਈਨਿੰਗ ਹੋ ਰਹੀ ਹੈਗੀ ਆ, ਤੇ ਉੱਥੋਂ ਦੀਆਂ ਜਿਹੜੇ ਕਬੀਲੇ ਨੇ ਉਹਨਾਂ ਨੂੰ ਰਾਇਲਟੀ ਤੋਂ ਸਰਕਾਰਾਂ ਮੁੱਕਰ ਰਹੀਆਂ ਨੇ, ਨਹੀਂ ਮਿਲ ਰਹੀਆਂ। ਕਈ ਪ੍ਰੋਵਿੰਸ ਨੇ ਉਹਨਾਂ ਨੂੰ ਰਾਇਲਟੀ ਮਿਲ ਰਹੀ ਆ, ਕਈਆਂ ਨਹੀਂ ਮਿਲ ਰਹੀ। ਹੁਣ ਆਪਾਂ ਗੱਲ ਇਹੀ ਮੈਂ ਫੋਕਸ ਕਰਨਾ ਚਾਹੁੰਦਾ ਕਿ ਇਹ ਰਾਇਤਾਂ ਦੇ ਨਾਮ ਦੇ ਉੱਤੇ ਨਹੀਂ ਗੱਲ ਹੈਗੀ, ਉਹਨਾਂ ਨੂੰ ਰਾਇਲਟੀ ਜਿਹੜੀ ਐਗਰੀਮੈਂਟ ਹੋਈ ਆ ਉਹੀ ਬਹੁਤ ਵੱਡੀ ਗਿਣਤੀ 'ਚ ਬਣਦੀ ਆ। ਉਹ ਇਸ ਧਰਤੀ ਦੇ ਮਾਲਕ ਜਾਨੇ ਦੇ ਸਾਰੇ ਮਾਲਕ ਨੇ, ਉਹ ਜਿਹੜੇ ਰਿਜ਼ਰਵਾਂ 'ਚ ਰਹਿ ਰਹੇ। ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਜਦੋਂ ਲੜਾਈ ਬੰਦ ਹੋਈ ਤੇ ਇਦਾਂ ਦੇ ਕੋਈ ਨਿਯਮ ਨਿਰਧਾਰਿਤ ਕੀਤੇ ਗਏ, ਕੋਈ ਸਮਝੌਤੇ ਹੁੰਦੇ ਆ, ਜਦੋਂ ਵੀ ਕੋਈ ਵਾਰ ਹੁੰਦੀ ਹੈ ਉਸ ਤੋਂ ਬਾਅਦ ਸਮਝੌਤੇ ਹੁੰਦੇ ਆ। ਇਹ ਜਿਹੜੇ ਵਾਰਫੇਅਰ ਇਹਨਾਂ ਬਾਰੇ ਕੋਈ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਓਗੇ ਕਿ ਕਿਸ ਤਰ੍ਹਾਂ ਦਾ ਇਹਨਾਂ ਦੇ ਉਹ ਜਦੋਂ ਇੱਥੇ ਇਹਨਾਂ ਦੀ ਧਰਤੀਆਂ ਨੂੰ ਕਬਜ਼ਾ ਕੀਤਾ ਗਿਆ, ਕਿਸ ਤਰੀਕੇ ਨਾਲ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ? ਕਿਉਂਕਿ ਜਥੇਬੰਦਕ ਤੌਰ ਤੇ ਜਾਂ ਆਰਮੀ ਤੇ ਕੋਈ ਹੋਏਗੀ ਨਹੀਂ, ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਟਰਾਈਬਲ ਰਹਿੰਦੇ ਸੀ, ਗਰੁੱਪਾਂ 'ਚ ਰਹਿੰਦੇ ਸੀ, ਜੰਗਲਾਂ 'ਚ ਰਹਿੰਦੇ ਸੀਗੇ, ਔਰ ਇਹਨਾਂ ਨੂੰ ਬਹੁਤੀ ਦੁਨੀਆ ਦੀ ਉਹ ਲੋੜ ਨਹੀਂ ਹੋਏਗੀ, ਇਸ ਕਰਕੇ ਇਹਨਾਂ ਕੋਲ ਨਾ ਹੀ ਉਹੋ ਜਿਹੇ ਵੈਪਨ ਹੋਣਗੇ। ਸੋ ਜਿਹੜੇ ਇਹਨਾਂ ਦੀ ਲੜਾਈਆਂ ਹੋਈਆਂ ਹੋਣਗੀਆਂ ਉਸ ਸਮੇਂ, ਉਹਨਾਂ ਦਾ ਕੋਈ ਪਿਛੋਕੜ ਥੋੜ੍ਹਾ ਜਿਹਾ ਸਾਨੂੰ ਜਾਣਕਾਰੀ ਦਿਓਗੇ? ਆਪਾਂ ਇਹ ਤੇ ਸੁਣਦੇ ਆਏ ਆ ਕਿ ਕਿੱਦਾਂ ਯੂਰਪੀਅਨ ਕੌਮਾਂ ਆਪੋ 'ਚ ਲੜਦੀਆਂ ਰਹੀਆਂ, ਫਰੈਂਚ ਲੋਕ ਤੇ ਇੰਗਲਿਸ਼ ਲੋਕ ਆਪਸ 'ਚ ਲੜਦੇ ਰਹੇ ਧਰਤੀ ਤੇ ਕਬਜ਼ਾ ਕਰਨ ਲਈ, ਔਰ ਪਰ ਜਿਹੜੇ ਨੇਟਿਵ ਲੋਕ ਆ ਇਹਨਾਂ ਦਾ ਸਫਾਇਆ ਕਰਨ ਲਈ ਇਹ ਫੋਰਸਿਸ ਕਿੱਦਾਂ ਕੰਮ ਕਰਦੀਆਂ ਸੀ ਤੇ ਅੱਗੋਂ ਕਿੱਦਾਂ ਦਾ ਵਿਰੋਧ ਇਹਨਾਂ ਵੱਲੋਂ ਕੀਤਾ ਜਾਂਦਾ ਸੀ? ਹਾਂਜੀ ਹਰਜੀਤ ਜੀ, ਇਹ ਵੀ ਜਦੋਂ ਆਪਾਂ ਇਹ ਸਾਰਾ ਜਿਹੜੇ ਸਵਾਲ ਨੇ ਉਹ ਆਪਾਂ ਜੇ ਕੈਨੇਡਾ ਦੀ ਹਿਸਟਰੀ ਦੀ ਤਹਿਤ 'ਚ ਜਾਂਦੇ ਆ, ਤੇ ਇਹ ਸਾਨੂੰ ਪਰਤ ਇਹ ਜਿਹੜੇ ਸਾਡੇ ਸਵਾਲ ਨੇ ਇਹਨਾਂ ਦਾ ਜਵਾਬ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ। ਤੇ ਹੁਣ ਜੇ ਆਪਾਂ ਕੈਨੇਡਾ ਦੀ ਹਿਸਟਰੀ ਸ਼ੁਰੂ ਕਰੀਏ, ਇਹ ਕੈਨੇਡਾ ਵਰਗਾ ਮੁਲਕ ਜਿਹੜਾ ਹੈਗਾ, ਅੱਜ ਕੈਨੇਡਾ ਡੇ ਜਿਹੜਾ ਹੈਗਾ 154ਵਾਂ ਜਨਮ ਦਿਨ ਅੱਜ ਕੈਨੇਡਾ ਦਾ। ਬੇਸਿਕਲੀ ਕੈਨੇਡਾ ਡੇ ਇਹ ਬਰਥਡੇ ਆ। ਤੇ 153 ਸਾਲ ਪਹਿਲਾਂ ਜਿਹੜੀਆਂ ਇੱਥੋਂ ਦੀਆਂ ਅਲੱਗ-ਅਲੱਗ ਬਸਤੀਆਂ ਸੀ, ਰਿਆਸਤਾਂ ਆਪਾਂ ਕਹਿ ਸਕਦੇ ਹਾਂ ਜੇ ਪੰਜਾਬੀ 'ਚ ਗੱਲ ਕਰੀਏ, ਤਾਂ ਉਹਨਾਂ ਦੇ ਇਕੱਠੇ ਹੋ ਕੇ ਇਹ ਹੋਂਦ ਵਿੱਚ ਆਇਆ ਸੀਗਾ। ਤੇ ਇਹ 1 ਕਰੋੜ ਇਹ ਧਰਤੀ ਆ 1 ਕਰੋੜ ਵਰਗ ਕਿਲੋਮੀਟਰ ਖੇਤਰਫਲ ਵਾਲਾ ਦੇਸ਼ ਆ, ਜਿਹਦੇ 'ਚ ਅੱਜ 10 ਪ੍ਰੋਵਿੰਸ ਨੇ ਤੇ 3 ਟੈਰੀਟਰੀਜ਼ ਨੇ ਜਿਹੜੀਆਂ। ਤੇ ਅਮਰੀਕਾ ਮਹਾਦੀਪ ਦਾ ਇਹ ਨਾਰਥ ਵਾਲਾ ਹਿੱਸਾ ਹੈਗਾ।
ਤੇ ਇੱਥੇ 1500 ਈਸਵੀ ਵਿੱਚ ਯੂਰਪੀਅਨ ਜਿਹੜੇ ਸੀਗੇ ਉਹਨਾਂ ਦੀ ਆਮਦ ਸ਼ੁਰੂ ਹੋਈ। ਉਹ ਖੋਜੀ ਵਪਾਰੀ ਦੇ ਰੂਪ ਵਿੱਚ, ਕਿਉਂਕਿ ਅਮਰੀਕਾ ਦਾ ਜਿਹੜਾ ਬਾਕੀ ਹਿੱਸਾ ਹੈਗਾ ਉੱਥੇ ਇਹ ਦਾਬੇ ਦਾ ਦੌਰ ਪਹਿਲਾਂ ਚ ਸ਼ੁਰੂ ਹੋਇਆ। ਜਾਂ ਆਪਾਂ ਕਹੀਏ ਕਿ ਜਿਹੜਾ ਕੋਲੰਬਸ ਸੀ ਉਹ ਕਿਊਬਾ ਤੋਂ ਆਉਂਦਾ ਹੈਗਾ, ਕਿਊਬਾ ਦੇ ਉੱਤੇ ਪੈਦਲ ਆਉਂਦਾ ਹੈਗਾ ਜਦੋਂ ਉਹਨੇ ਇੱਥੋਂ ਯੂਰਪੀਅਨ ਲੋਕਾਂ ਨੇ ਲੱਭਿਆ ਇਹ। ਤੇ ਸਪੇਨ ਤੋਂ ਚੱਲ ਕੇ ਆਉਂਦਾ ਉਹ। ਹਾਂਜੀ, ਸਪੇਨ ਤੋਂ ਆਉਂਦਾ ਹੈਗਾ, ਯੂਰਪ ਦੇ ਵਿੱਚੋਂ। ਕੋਲੰਬਸ ਪਹਿਲਾ ਜਿਹੜਾ ਬੰਦਾ ਸੀਗਾ ਤੇ ਉੱਥੋਂ ਦੀ ਜ਼ੁਲਮਾਂ ਦੀ ਕਹਾਣੀ ਜੇ ਕੋਲੰਬਸ ਦੀ ਆਪਾਂ ਉਹਦੇ ਬਾਰੇ ਡਾਕਟਰ ਸਾਹਿਬ ਆਪਾਂ ਨੂੰ ਜਿੱਦਾਂ ਪੜਾਇਆ ਜਾਂਦਾ ਸੀਗਾ ਭਾਰਤ ਵਿੱਚ ਕਿ ਕੋਲੰਬਸ ਇੰਡੀਆ ਨੂੰ ਲੱਭਣ ਲਈ ਨਿਕਲਿਆ ਸੀਗਾ ਔਰ ਉਹਦੇ ਪਿੱਛੇ ਜਿਹੜੀਆਂ ਫੋਰਸਿਸ ਸੀਗਾ ਉਹਨਾਂ ਦਾ ਮੇਨ ਮਕਸਦ ਸੀਗਾ ਵਪਾਰ ਕਰਨਾ ਇੰਡੀਆ ਦੇ ਨਾਲ, ਕਿਉਂਕਿ ਭਾਰਤ ਉਦੋਂ ਡਿਵੈਲਪ ਹੋਇਆ ਮੁਲਕ ਸੀ, ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਖਾਸ ਕਰਕੇ ਦੱਸਿਆ ਜਾਂਦਾ ਸੀ ਗਰਮ ਮਸਾਲੇ ਜੇ ਉਹ ਵਪਾਰ ਕਰਨ ਲਈ, ਜਿਵੇਂ ਈਸਟ ਇੰਡੀਆ ਕੰਪਨੀ ਬਾਅਦ ਚ ਜਾਂਦੀ ਆ। ਪਰ ਉਹ ਰਸਤਾ ਭੁੱਲ ਕੇ ਅਮਰੀਕਾ ਪਹੁੰਚ ਗਿਆ ਤੇ ਉਹਨੇ ਕਿਹਾ ਇੰਡੀਆ ਮਿਲ ਗਿਆ, ਇੰਡੀਆ ਮਿਲ ਗਿਆ। ਤਾਂ ਕਰਕੇ ਇਹਨਾਂ ਦੇ ਲੋਕਾਂ ਨੂੰ ਵੀ ਆਪਾਂ ਇੰਡੀਅਨ ਕਹਿੰਦੇ ਆ। ਥੋੜ੍ਹਾ ਜਿਹਾ ਇਹਦੇ ਬਾਰੇ ਵੀ ਦੱਸਿਓ ਤੇ ਇਹ ਉਹਨਾਂ ਨੇ ਫਿਰ ਕਿਸ ਤਰ੍ਹਾਂ ਦਾ ਇੱਥੇ ਵਿਹਾਰ ਕੀਤਾ, ਆ ਕੇ ਥੋੜ੍ਹੀ ਜਿਹੀ ਡਿਟੇਲ ਵੀ ਦੱਸ ਦਿਓ। ਫਿਰ ਆਪਾਂ ਦੂਜੇ ਪਾਰਟ ਦੇ ਵਿੱਚ ਜਿਹੜੀ ਕੈਨੇਡੀਅਨ ਹਿਸਟਰੀ ਆ, ਪ੍ਰੋਪਰ ਕੈਨੇਡਾ ਦੇ ਜਨਮ ਲੈਣ ਤੋਂ ਬਾਅਦ ਦੀ, ਤੇ ਜਿਹੜਾ ਇੱਕ ਸ਼ਾਨਾਮਤੀ ਹਿਸਟਰੀ ਆ ਉਹਦੇ ਤੇ ਵੀ ਗੱਲਾਂ ਬਾਤਾਂ ਕਰਾਂਗੇ। ਦੁਨੀਆ 'ਚ ਇਸ ਵੇਲੇ ਕੈਨੇਡਾ ਇੱਕ ਵਧੀਆ ਮੁਲਕ ਵਾਂਗੂ ਜਾਣਿਆ ਜਾਂਦਾ, ਉਹ ਵੀ ਪੋਜ਼ਿਟਿਵ ਗੱਲਾਂ ਵੀ ਕਰਾਂਗੇ। ਥੋੜ੍ਹਾ ਜਿਹਾ ਸਾਨੂੰ ਇਹ ਦੱਸ ਦਿਓ ਕਿ ਕੋਲੰਬਸ ਦੇ ਆਉਣ ਤੋਂ ਲੈ ਕੇ ਕਿਸ ਤਰੀਕੇ ਨਾਲ ਨਾਰਥ ਅਮਰੀਕਾ ਤੋਂ ਇਹ ਸਾਰਾ ਜ਼ੁਲਮ ਸ਼ੁਰੂ ਹੋਇਆ ਤੇ ਕਿੱਦਾਂ ਕੈਨੇਡਾ 'ਚ ਪਹੁੰਚਿਆ ਔਰ ਵਾਰਫੇਅਰ ਇਹਨਾਂ ਦੇ ਕਿੱਦਾਂ ਦੇ ਸੀ, ਉਹ ਥੋੜ੍ਹੀ ਮੈਂ ਜਾਣਕਾਰੀ ਲੈਣਾ ਚਾਹੁੰਦਾ ਸੀ। ਵਾਰਫੇਅਰ ਜਿਹੜਾ ਸੀਗਾ ਉਹ ਫੌਜਾਂ ਦੇ ਰੂਪ ਵਿੱਚ ਘੱਟ ਤੇ ਇੱਕ ਜ਼ੁਲਮ ਤਸ਼ੱਦਦ ਤਸੀਹੇ ਵਾਲਾ ਜ਼ਿਆਦਾ ਦੌਰ ਸੀਗਾ। ਕੋਲੰਬਸ ਜਦੋਂ ਇੱਥੇ ਆਇਆ ਤੇ ਬਿਲਕੁਲ ਤੁਹਾਡੀ ਗੱਲ ਠੀਕ ਆ, ਉਹ ਇੰਡੀਆ ਲੱਭਣ ਤੁਰਿਆ ਸੀਗਾ, ਕਿਉਂਕਿ ਇੰਡੀਆ ਦਾ ਉਦੋਂ ਪਹਿਲਾਂ, ਉਸ ਤੋਂ ਪਹਿਲਾਂ ਵੀ ਸਦੀਆਂ ਤੋਂ ਜਿਹੜਾ ਵਪਾਰ ਦਾ ਕੇਂਦਰ ਸੀਗਾ ਉਹ ਦਜਲਾ ਫਰਾਤ ਦੀਆਂ ਘਾਟੀਆਂ ਜਿਹੜਾ ਸੀ, ਮੈਸੋਪੋਟੇਮੀਅਨ ਆਪਾਂ ਅਰਬ ਜਿਹੜੇ ਕੰਟਰੀ ਨੇ ਉੱਥੇ ਸੀਗਾ। ਤੇ ਉੱਥੇ ਇੰਡੀਅਨ ਵਪਾਰੀ ਜਿਹੜੇ ਸਿਲਕ ਰੂਟ ਤੋਂ ਉੱਥੇ ਚੀਜ਼ਾਂ ਲੈ ਕੇ ਜਾਂਦੇ ਸੀਗੇ ਤੇ ਉਸ ਬਾਜ਼ਾਰਾਂ ਦੇ ਵਿੱਚ ਇੰਡੀਆ ਦੀਆਂ ਚੀਜ਼ਾਂ ਦੀ ਬੜੀ ਧਾਕ ਸੀ। ਮਲਮਲ, ਸਿਲਕ ਤੇ ਇਹ ਸਾਰੀਆਂ ਚੀਜ਼ਾਂ ਇੰਡੀਆ ਦੀ ਉੱਥੇ ਮਸ਼ਹੂਰ ਸੀਗੀਆਂ ਤੇ ਯੂਰਪੀਅਨ ਵਪਾਰੀ ਸੀ ਉੱਥੇ ਆਉਂਦੇ ਸੀ। ਉਹਨਾਂ ਦੇ ਮਨ ਵਿੱਚ ਇਹ ਗੱਲ ਭਾਵ ਸੀ ਕਿ ਇੰਡੀਆ ਜਿਹੜਾ ਹੈਗਾ ਉੱਥੇ ਖਜ਼ਾਨੇ ਬਹੁਤ ਨੇ, ਉੱਥੇ ਰॉ ਮਟੀਰੀਅਲ ਆ, ਖਾਣ ਪੀਣ ਦਾ ਸਾਰਾ ਕੁਝ ਵੀ ਇੰਡੀਆ ਸੋਨੇ ਦੀ ਚਿੜੀ ਹੈਗਾ, ਉਹਨਾਂ ਦੇ ਮਨ 'ਚ ਬੈਠ ਚੁੱਕਾ ਸੀ। ਇਸੇ ਕਰਕੇ ਉਹ ਸਮੁੰਦਰ ਦੇ ਰਸਤੇ ਤੋਂ ਉਹਨਾਂ ਦੇ ਲਈ ਇੰਡੀਆ ਲੱਭਣਾ ਇੱਕ ਵੱਡਾ ਇੱਕ ਤਜਰਬਾ ਸੀ ਕਿ ਸਮੁੰਦਰ ਦੇ ਰਸਤੇ 'ਚੋਂ ਇੰਡੀਆ ਲੱਭਿਆ ਜਾਵੇ। ਤੇ ਉਹਨੂੰ ਲੱਭਣ ਦੇ ਲਈ, ਇੰਡੀਆ ਲੱਭਣ ਦੇ ਲਈ ਵੱਖਰੇ ਵੱਖਰੇ ਜਿਹੜੇ ਸਮੁੰਦਰੀ ਵਪਾਰੀ ਸੀਗੇ ਉਹ ਨਿਕਲੇ ਤੇ ਕੋਲੰਬਸ ਜਿਹੜਾ ਸੀ ਉਹ ਇੱਕ ਪਹਿਲਾ ਵਪਾਰੀ ਸੀ ਜਿਹੜਾ ਇੰਡੀਆ ਨੂੰ ਲੱਭਦਾ ਉਹ ਆ ਕੇ ਅਮਰੀਕਨ ਮਹਾਂਦੀਪ ਜਿਹੜਾ ਸੀਗਾ ਉਹਦੇ ਉੱਤੇ ਆ ਕੇ ਉਹਨੇ ਪੈਰ ਰੱਖਿਆ। ਤੇ ਉਹਨੇ ਜਦੋਂ ਇੱਥੇ ਲੋਕਾਂ ਦੀਆਂ ਸ਼ਕਲਾਂ ਸੂਰਤਾਂ ਦੇਖੀਆਂ ਤਾਂ ਉਹਨੂੰ ਇਦਾਂ ਲੱਗਿਆ ਕਿ ਮੈਂ ਇੰਡੀਆ ਲੱਭ ਲਿਆ, ਇੰਡੀਆ ਧਰਤੀ ਤੇ ਪੈਰ ਰੱਖ ਲਿਆ। ਤੇ ਇੱਥੋਂ ਦੇ ਲੋਕ ਸੀ ਜਿਹੜੇ ਰਹਿਣ ਵਾਲੇ, ਅਮਰੀਕਨ ਮਹਾਂਦੀਪ ਦੇ ਵਿੱਚ ਰਹਿਣ ਵਾਲੇ ਲੋਕ ਸੀ ਜਿਹੜੇ, ਉਹਨਾਂ ਨੇ ਉਹਦਾ ਕਾਫੀ ਸਵਾਗਤ ਕੀਤਾ, ਪੂਰੀ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਪੂਰਾ ਉਹਨੂੰ ਤੋਹਫਿਆਂ ਦੇ ਨਾਲ ਨਵਾਜਿਆ। ਪਰ ਜਿੰਨੀ ਉਹਨੇ ਸੇਵਾ ਕੀਤੀ ਇੱਥੋਂ ਦੇ ਇੰਡੀਜਨਸ ਲੋਕਾਂ ਨੇ ਕੋਲੰਬਸ ਦੀ, ਤਾਂ ਉਹ ਚੰਗੇ ਪ੍ਰਭਾਵ ਪੈਣ ਦੀ ਬਜਾਏ ਉਹਨਾਂ ਦੀ ਉਸ ਨਿੱਚ ਦਾ ਪ੍ਰਭਾਵ ਜਿਹੜਾ ਕੋਲੰਬਸ ਦੇ ਇਸ ਰੂਪ ਚ ਲਿਆ, ਉਹ ਕਹਿੰਦਾ ਉਹ ਇੱਕ ਉਦੋਂ ਉਹ ਗੁਲਾਮਦਾਰੀ ਯੁੱਗ ਸੀਗਾ, ਸਲੇਵਸ ਦਾ ਯੁੱਗ ਸੀਗਾ। ਤੇ ਉਹਦੇ ਇੱਕੋ ਗੱਲ ਉਹਦੇ ਮੂੰਹ ਤੇ ਆਈ ਕਿ ਇਹ ਲੋਕ ਵਧੀਆ ਗੁਲਾਮ ਹੋ ਸਕਦੇ ਨੇ, ਵਧੀਆ ਸਲੇਵਸ ਹੋ ਸਕਦੇ ਨੇ। ਤੇ ਉਸ ਤੋਂ ਬਾਅਦ ਇੱਥੋਂ ਤੱਕ ਵੀ ਸੁਣਿਆ ਗਿਆ ਕਿ ਜਿਹੜੇ ਸੀ ਉਹਦੇ ਕੁੱਤੇ ਤੱਕ ਲਿਆ ਕੇ, ਕੁੱਤਿਆਂ ਤੋਂ ਵੀ ਖਤਰਨਾਕ ਕੁੱਤੇ ਵੀ ਨਾਲ ਲੈ ਕੇ ਆਇਆ ਉਹ, ਤੇ ਇੱਥੋਂ ਦੇ ਲੋਕਾਂ ਨੂੰ ਉਹਨੇ ਬੰਨ ਕੇ, ਦਾਬਾ ਪਾ ਕੇ ਬੰਨ ਕੇ ਜਿਹੜਾ ਸੀਗਾ ਉਹ ਆਪਣੇ ਜਹਾਜ਼ਾਂ ਦੇ ਵਿੱਚ ਜਿਹੜਾ ਸੀ ਉਹ ਜਾ ਕੇ ਸਪੇਨ ਤੇ ਯੂਰਪ ਦੇ ਵਿੱਚ ਜਾ ਕੇ ਉੱਥੇ ਹੋਇਆ। ਤੇ ਇੱਥੇ ਇੱਕ ਸਲੇਵ ਵੀ, ਤੇ ਜਿਹੜੀਆਂ ਇੱਥੋਂ ਦੀਆਂ ਜਿਹੜੀਆਂ ਯੰਗ ਗਰਲਸ ਸੀਗੀਆਂ, ਔਰਤਾਂ ਸੀਗੀਆਂ, ਉਹਨਾਂ ਨੂੰ ਇੱਕ ਵੇਚਣ ਦੇ ਰੂਪ ਚ ਵੇਸ਼ਵਾਗਮਨੀ ਦੇ ਲਈ ਵੀ ਉੱਥੋਂ ਵੇਸ਼ਵਾ ਬਾਜ਼ਾਰਾਂ ਦੇ ਵਿੱਚ ਵੇਚਣਾ ਸ਼ੁਰੂ ਹੋਇਆ। ਉਸ ਸਮੇਂ 'ਚ ਸਪੇਨ ਯੂਰਪ ਦੇ ਵਿੱਚ ਗੱਲ ਚੱਲਦੀ ਹੈਗੀ ਆ ਕਿ ਉਸ ਸਮੇਂ ਜਿਹੜਾ ਸੀਗਾ ਯੂਰਪ ਦੀਆਂ ਜਿਹੜੀਆਂ ਸਲੇਵ ਮਾਰਕੀਟ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਕੋਲੰਬਸ ਦਾ ਜਹਾਜ਼ ਕਦੋਂ ਆਉਣਾ ਹੈਗਾ। ਤੇ ਇਸੇ ਤਰ੍ਹਾਂ ਜਿਹੜੇ ਵੇਸਵਾ ਘਰ ਸੀ ਜਿਹੜੇ ਉਹ ਵੀ ਉਡੀਕਦੇ ਰਹਿੰਦੇ ਸੀ ਕਿ ਵੀ ਨਵੀਆਂ ਵੇਸਵਾਵਾਂ ਜਿਹੜੀਆਂ ਨੇ ਉਹ ਕੋਲੰਬਸ ਲੈ ਕੇ ਆ ਰਿਹਾ ਹੈਗਾ। ਇਹ ਜਿਹੜਾ ਉਹ ਫਿਰ ਉਹਨੇ ਲਗਾਤਾਰ ਜਿਹੜੇ ਸੀ ਉਹਨੂੰ ਸਪਾਂਸਰ ਹੁੰਦਾ ਗਿਆ ਤੇ ਹੋਰ ਬਹੁਤ ਸਾਰੇ ਲੋਕ ਇੱਥੇ ਆਉਂਦੇ ਗਏ ਤੇ ਇਦਾਂ ਬਸਤੀਵਾਦੀ ਦੌਰ ਸੀ ਜਿਹੜਾ
ਉਹ ਇੱਕ ਸਾਮਰਾਜ ਜਿਹੜਾ ਸੀ ਇੱਥੇ ਆ ਕੇ ਉਹਨਾਂ ਨੇ ਲੋਕਾਂ ਤਸ਼ੱਦਦ ਵਧਾਉਣੇ ਸ਼ੁਰੂ ਹੋਏ ਤੇ ਇਸ ਤਰ੍ਹਾਂ ਉਹਨਾਂ ਨੇ ਪੈਰ ਲਾਉਣੇ ਸ਼ੁਰੂ ਕੀਤੇ। ਡਾਕਟਰ ਸਾਹਿਬ ਇਸ ਸੈਗਮੈਂਟ 'ਚ ਆਖਰੀ ਗੱਲ ਕਰ ਲੈਂਦੇ ਆ। ਵੈਸੇ ਹੈ ਤਾਂ ਮੇਰਾ ਸਵਾਲ ਉਹ ਹਾਈਪੋਥੈਟੀਕਲ ਹੀ ਆ, ਤਾਂ ਤੁਹਾਨੂੰ ਥੋੜਾ ਅਜੀਬ ਵੀ ਲੱਗੂਗਾ। ਕੁਝ ਇੱਕ ਸੱਜਣ ਜਦੋਂ ਬੈਠ ਕੇ ਆਪਸ 'ਚ ਗੱਪਸ਼ਪ ਕਰਦੇ ਆ, ਜਿੰਨਾ ਮੈਨੂੰ ਨਹੀਂ ਪਤਾ ਕਿ ਹਿਸਟਰੀ ਦੀ ਉਹ ਕਿੰਨੇ ਕੁ ਜਾਣੂ ਨੇ, ਕੁਝ ਲੋਕਾਂ ਦਾ ਮਤ ਇਹ ਆ ਕਿ ਜਿਹੜੇ ਇੱਥੋਂ ਦੇ ਨੇਟਿਵ ਮੂਲ ਨਿਵਾਸੀ ਲੋਕ ਨੇ ਬੇਸਿਕਲੀ ਇਸ ਕਰਕੇ ਉਹਨਾਂ ਦਾ ਨਾਂ ਇੰਡੀਅਨ ਨਹੀਂਗਾ, ਬਲਕਿ ਉਲਟੀ ਗੱਲ ਇਹ ਆ ਕਿ ਇੰਡੀਆ ਦੇ ਵਿੱਚੋਂ ਏਸ਼ੀਆ 'ਚੋਂ ਕੁਝ ਲੋਕ ਜਦੋਂ ਬਰਫਾਂ ਜੰਮਦੀਆਂ ਨੇ ਪੈਦਲ ਸਫ਼ਰ ਕਰ ਕਰਕੇ ਇਸ ਧਰਤੀ ਤੇ ਪਹਿਲਾਂ ਪਹੁੰਚੇ ਸੀ ਤੇ ਉਹਨਾਂ ਦੇ ਹੀ ਕਬੀਲੇ ਇੱਥੇ ਵਸੇ ਹੋਏ ਸੀਗੇ। ਔਰ ਅੱਜ ਤੇ ਬਹੁਤ ਕੁਝ ਚੀਜ਼ਾਂ ਪਛਾਣੀਆਂ ਜਾ ਸਕਦੀਆਂ, DNA ਟੈਸਟ ਹੁੰਦੇ ਆ, ਚੀਜ਼ਾਂ ਲੱਭ ਸਕਦੇ ਆ। ਤੇ ਜਿੱਥੋਂ ਤੱਕ ਤੁਸੀਂ ਸਪੇਨ ਦੀ ਗੱਲ ਕੀਤੀ ਆ, ਮੈਂ ਸਪੇਨ ਗਿਆ ਸੀਗਾ 2 ਸਾਲ ਪਹਿਲੇ ਤੇ ਉੱਥੇ ਸਾਡਾ ਪਰਿਵਾਰ ਹੈ ਜੀ, ਆਪਣੀ ਉੱਥੇ ਬੇਟੀ ਹੈ ਸਾਡੀ ਉੱਥੋਂ, ਤੇ ਉੱਥੇ ਸਾਨੂੰ ਦੱਸਿਆ ਗਿਆ ਕਿ ਭਾਰਤੀ ਮੂਲ ਵਰਗੇ ਲੋਕ, ਲੜਕੀਆਂ ਜਿਸ ਤਰ੍ਹਾਂ ਸਿਕਲੀਗਰ ਹੁੰਦੇ ਆ, ਬਿਲਕੁਲ ਉਸ ਤਰ੍ਹਾਂ ਦੇ ਫੀਚਰ, ਉਸ ਤਰ੍ਹਾਂ ਦੇ ਉਹਨਾਂ ਦੇ ਨੈਣ ਨਕਸ਼ ਜਿਹੜੇ ਆ, ਉਸ ਤਰ੍ਹਾਂ ਦਾ ਹੀ ਸਾਵਲਾ ਰੰਗ ਉਹਨਾਂ ਦਾ ਤੁਹਾਨੂੰ ਉੱਥੇ ਆਮ ਮਿਲਦੇ ਆ। ਤੇ ਮੈਨੂੰ ਉਹਨਾਂ ਨੇ ਬਹੁਤ ਦਿਖਾਏ, ਮੈਂ ਐਗਜ਼ੈਕਟਲੀ ਹੁਣ ਮੈਨੂੰ ਭੁੱਲ ਗਿਆ ਉਹ ਕੀ ਉਹਨਾਂ ਨੂੰ ਕਹਿੰਦੇ ਨੇ ਉੱਥੇ, ਹਾਂਜੀ ਕੁਛ ਉਹਨਾਂ ਨੂੰ ਕਹਿੰਦੇ ਨੇ, ਮੈਂ ਬੇਟੀ ਨੂੰ ਪੁੱਛ ਕੇ ਤੁਹਾਨੂੰ ਦੂਜੀ ਸੈਗਮੈਂਟ 'ਚ ਗੱਲ ਕਰਾਂਗਾ। ਔਰ ਉਹ ਵੀ ਬਿਲਕੁਲ ਇੱਦਾਂ ਹੈ ਕਿ ਜਿੱਦਾਂ ਭਾਰਤ ਦੇ ਮੂਲ ਵਾਸੀ ਲੋਕ ਨੇ ਉਹਨਾਂ ਵਰਗੀਆਂ ਉਹਦੀਆਂ ਸ਼ਕਲਾਂ ਸੀਗੀਆਂ। ਸੋ ਕੁਝ ਲੋਕਾਂ ਦਾ ਮੰਨਣਾ ਇਹ ਆ ਕਿ ਜਿਹੜੇ ਨਾਰਥ ਅਮਰੀਕਨ ਜਿਹੜੇ ਲੋਕ ਨੇ, ਜਿਨ੍ਹਾਂ ਨੂੰ ਅਸੀਂ ਮੂਲ ਨਿਵਾਸੀ ਕਹਿ ਰਹੇ ਹਾਂ, ਬੇਸਿਕਲੀ ਉਹ ਭਾਰਤ ਤੋਂ ਚੱਲ ਕੇ ਉਹਨਾਂ ਦਾ ਪਿਛੋਕੜ ਜਾਣੀ ਕਿ ਭਾਰਤੀ ਲੋਕਾਂ ਨਾਲ ਕਿਤੇ ਮਿਲਦਾ ਹੈ। ਕੀ ਇਸ ਤਰ੍ਹਾਂ ਦੀ ਕੋਈ ਗੱਲ ਤੁਹਾਨੂੰ ਲੱਗਦੀ ਹੈ ਜਾਂ ਇਹ ਸਿਰਫ ਇੱਕ ਗੱਲ ਬਣਾਈ ਗਈ ਆ? ਹਾਂਜੀ ਹਦੀਪ ਜੀ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ ਕਿ ਜਿਹੜਾ ਹੋਮੋਸੇਪੀਅੰਸ ਜਿਹੜਾ ਇਹ ਮੌਜੂਦਾ ਆਪਾਂ ਹਿਊਮਨ ਆਪਾਂ ਕਹਿ ਦਿੰਦੇ ਆ, ਤੇ ਇਹ ਜਿਹੜਾ ਸੀ ਇਹਦਾ ਮੂਲ ਜਿਹੜਾ ਹੈਗਾ ਉਹ ਜੇ ਕਿਹਾ ਜਾਂਦਾ ਕਿ ਬਰਥ ਪਲੇਸ ਜਿਹੜੀ ਹੈਗੀ ਆ ਇਹਨਾਂ ਦੀ ਉਹ ਫਿਰ ਅਫਰੀਕਾ ਕੰਟਰੀ ਹੈ, ਅਫਰੀਕਾ ਮਹਾਦੀਪ ਸੀ। ਤੇ ਜਿਹੜਾ ਆਪਣਾ ਏਸ਼ੀਆ ਹੈਗਾ, ਏਸ਼ੀਆ ਇਸ ਜਿਹੜੀ ਸੀ ਹਿਊਮਨ ਰੇਸ ਸੀਗੇ, ਉਹਦਾ ਆਪਾਂ ਕਹਿ ਰਹੇ ਹਾਂ ਕਿ ਵਧਣ ਫੁੱਲਣ ਦੇ ਲਈ ਇੱਕ ਫੁਲਵਾੜੀ ਸੀਗੀ। ਤੇ ਇਹ DNA ਟੈਸਟ ਜਿਹੜਾ ਸੀ ਉਹ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਕਿ ਆਸਟ੍ਰੇਲੀਆ ਜਿਹੜਾ ਹੈਗਾ ਉਹਦੇ 'ਚ ਵੀ, ਆਸਟ੍ਰੇਲੀਆ ਦੇ ਜਿਹੜੇ ਇੰਡੀਜੀਨਸ ਲੋਕ ਨੇ ਉਹਨਾਂ 'ਚ ਵੀ DNA ਜਿਹੜਾ ਇੱਥੇ ਪਾਇਆ ਗਿਆ ਹੈਗਾ। ਤੇ ਇਸੇ ਤਰ੍ਹਾਂ ਜਿਹੜੀ ਹਿਸਟਰੀ ਦੇ ਵਿੱਚ, ਕੈਨੇਡੀਅਨ ਹਿਸਟਰੀ ਦੇ ਵਿੱਚ ਇਹ ਗੱਲਾਂ ਜਿਹੜੀਆਂ ਮਾਨਤਾ ਦੇ ਰੂਪ 'ਚ ਵੀ ਮੰਨੀਆਂ ਜਾਂਦੀਆਂ ਨੇ ਕਿ ਹੁਣ ਜੇ ਆਪਾਂ ਗੱਲ ਕਰੀਏ ਕਿ ਅਲਾਸਕਾ ਵਾਲੇ ਪਾਸਿਓਂ ਜੇ ਉੱਪਰ ਆਪਾਂ ਜਾਈਏ, ਅਲਾਸਕਾ ਜਿਹੜਾ ਪ੍ਰੋਵਿੰਸ ਹੈਗਾ ਉਹ, ਤੇ ਅਲਾਸਕਾ ਵਾਲੇ ਪਾਸਿਓਂ ਜਿਹੜਾ ਦੂਜੇ ਪਾਸੇ ਜਿਹੜਾ ਏਸ਼ੀਆ ਮਹਾਦੀਪ ਜਿਹੜਾ ਸੀ ਅੱਜ ਕੱਲ੍ਹ ਆਪਾਂ ਕਹਿੰਦੇ ਵੀ ਪੁਰਾਣਾ ਰਸ਼ੀਆ, ਤੇ ਉਹ ਤਕਰੀਬਨ ਉੱਥੇ ਜਿਹੜਾ ਸੀ ਉਹ ਸਮੁੰਦਰ ਦਾ ਰਸਤਾ ਜਿਹੜਾ ਹੈਗਾ ਉਹ 10-15 ਜਾਂ 20-25 ਜੋ ਮਾਈਲਸ ਵਗੈਰਾ ਹੀ ਮੰਨਿਆ ਜਾਂਦਾ ਹੈਗਾ। ਕਹਿਣ ਦਾ ਮਤਲਬ ਵੀ ਜਦੋਂ ਇਹ ਹਿਮਯੁੱਗ ਦੇ ਵਿੱਚ ਇਹ ਜਦੋਂ ਉੱਥੇ ਬਰਫ਼ ਜੰਮੀ ਹੋਈ ਸੀ, ਉਦੋਂ ਜਿਹੜੇ ਏਸ਼ੀਅਨ ਲੋਕ ਸੀ, ਇੰਡੀਆ ਤੋਂ ਲੋਕ ਸੀ ਜਿਹੜੇ, ਕਿਉਂਕਿ ਇੰਡੀਆ 'ਚ ਅੱਜ ਵੀ ਆਪਾਂ ਦੇਖਦੇ ਹਾਂ ਬਰਫ਼ਾਂ 'ਚ ਰਹਿਣ ਵਾਲੇ ਜਿਹੜੇ ਕਬੀਲੇ ਨੇ ਉਹ ਲਗਾਤਾਰ ਤੁਰਦੇ ਰਹਿੰਦੇ ਨੇ। ਸਰਦੀਆਂ 'ਚ ਉਹਨਾਂ ਟਿਕਾਣਾ ਹੋਰ ਹੁੰਦਾ, ਗਰਮੀਆਂ 'ਚ ਹੋਰ ਹੁੰਦਾ ਹੈਗਾ, ਉਹ ਨਿਰੰਤਰ ਚਾਲਿਆਂ ਦੇ ਵਿੱਚ ਰਹਿੰਦੇ ਨੇ। ਤੇ ਇਸ ਕਰਕੇ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਜਦੋਂ ਪਹਾੜੀ ਜਿਹੜੇ ਸੀ ਰਸਤੇ, ਜਿਹੜੇ ਸੀ ਬਰਫ਼ ਵਾਲੇ ਬਰਫੀਲੇ ਰਸਤਿਆਂ ਨੂੰ ਪਾਰ ਕਰਦੇ ਹੋਏ ਉਹ ਇੱਥੋਂ ਦੀ ਧਰਤੀ ਤੇ ਵੇਦੇ ਬੁੱਧ ਕਰੀਮ ਯੁੱਗ ਦੇ ਵਿੱਚ ਕਦੇ ਆਏ ਸੀਗੇ। ਤੇ ਇੱਥੋਂ ਦੇ ਜਿਹੜੀਆਂ ਸ਼ਕਲਾਂ, ਸੂਰਤਾਂ, DNA ਜਿਹੜਾ ਹੈਗਾ ਉਹ ਕੁਦਰਤੀ ਆ ਕੇ ਇੰਡੀਆ ਦੇ ਪਿਛੋਕੜ ਦੇ ਨਾਲ ਮਿਲਦਾ ਨਜ਼ਰ ਆਉਂਦਾ। ਮੈਨੂੰ ਦੱਸਿਆ ਗਿਆ ਜੀ ਤੁਹਾਡੇ ਗੱਲ ਕਰਦਿਆਂ ਜਿਹੜੇ ਯੂਰਪ ਦੇ ਵਿੱਚ ਲੋਕ ਨੇ ਉਹਨਾਂ ਨੂੰ ਵੀ ਜਿਟਾਨੂ ਸ਼ਬਦ JITANU ਜਿਟਾਨੂ ਇੰਡੀਅਨ ਕਿਹਾ ਜਾਂਦਾ ਹੈ। ਉਹਨਾਂ ਦੇ ਫੀਚਰ 100% ਭਾਰਤੀ ਮੂਲ ਦੇ ਜਿਹੜੇ ਲੋਕ ਸਾਡੇ ਸਾਊਥ ਵਾਲੇ ਪਾਸੇ ਨੇ, ਜਿਨ੍ਹਾਂ ਨੂੰ ਸਿਕਲੀਗਰ ਟਾਈਪ ਆਪਾਂ ਸਮਝਦੇ ਹਾਂ, ਜਾਂ ਜਿਹੜੇ ਭਾਰਤ ਦੇ ਮੂਲ ਨਿਵਾਸੀ ਨੇ ਉਹਨਾਂ ਨਾਲ ਮਿਲਦਾ ਜੁਲਦਾ ਹੈ। ਤੇ ਉਹਨਾਂ ਨੂੰ ਵੀ ਜਿਤਾਨੂ ਇੰਡੀਅਨ ਸ਼ਬਦ ਜਿਹੜਾ ਆ ਉਹ ਕਹਿ ਕੇ ਯੂਰਪ ਵਿੱਚ ਸੰਬੋਧਨ ਕੀਤਾ ਜਾਂਦਾ। ਮੈਨੂੰ ਇਸ ਗੱਲ ਦਾ ਤੇ ਗਿਆਨ ਨਹੀਂ ਕਿ ਉਹਨਾਂ ਨੂੰ ਕੋਲੰਬਸ ਇਰਾਨੇ ਇੱਥੋਂ ਚੁੱਕ ਕੇ ਉੱਥੇ ਸ਼ਿਫਟ ਕੀਤਾ ਜਾਂ ਭਾਰਤ ਤੋਂ ਚੱਲ ਕੇ ਉਹ ਲੋਕ ਉੱਥੇ ਆਏ ਹੋਏ ਨੇ, ਇਹ ਮੈਨੂੰ ਬਹੁਤਾ ਜ਼ਿਆਦਾ ਪਤਾ ਨਹੀਂ। ਪਰ ਕਿਉਂਕਿ ਉੱਥੇ ਵੀ ਇਹ ਲੋਕ ਜਿਹੜੇ ਪਾਏ ਜਾਂਦੇ ਨੇ। ਤੇ ਅੱਜ ਡਾਕਟਰ ਸਾਹਿਬ ਜਦੋਂ ਸਾਇੰਸ ਦਾ ਯੁੱਗ ਹੈ, ਹਰ ਚੀਜ਼ ਦੀ ਪਛਾਣ ਹੋ ਜਾਂਦੀ ਹੈ, ਕੰਕਾਲ ਮਿਲਦਾ ਹੈ ਕੋਈ, ਤੇ ਅਸੀਂ ਉਹਨੂੰ ਆਇਡੈਂਟੀਫਾਈ ਕਰ ਲੈਂਦੇ ਹਾਂ ਕਿ 5000 ਸਾਲ ਪੁਰਾਣਾ ਆ, ਇਹ 10000 ਸਾਲ ਪੁਰਾਣਾ ਜੰਗਲੀ ਜੀਵ ਹੈ, ਡਾਇਨਾਸੌਰ ਦੀ ਆਪਾਂ ਲੱਭੀ ਹੈ ਸਟੋਰੀ। ਤੇ ਕੀ ਹੁਣ ਕੋਈ DNA ਵਗੈਰਾ ਮਿਲਾ ਕੇ ਇਸ ਤਰ੍ਹਾਂ ਦੀ ਸਟੱਡੀ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਨਹੀਂ, ਕਿ ਵਾਕਿਆ ਹੀ ਇਹਨਾਂ ਦਾ ਜਿਹੜਾ ਮੂਲ ਆਪਸ 'ਚ ਮਿਲਾਪ ਹੈ ਇਹ ਹੈ ਕਿਹੜੇ ਲੋਕਾਂ ਨਾਲ?
ਹਾਂਜੀ, ਕਿਉਂਕਿ ਪਹਿਲਾਂ ਜਿਵੇਂ ਸਾਇੰਸ ਦੀ ਤਰੱਕੀ ਤੇ ਨਹੀਂ ਸੀ, ਡੀਐਨਏ ਵਗੈਰਾ ਦਾ ਇੰਨਾ ਨਹੀਂ ਸੀਗਾ, ਤੇ ਹੁਣ ਇਦਾਂ ਦੀਆਂ ਸਟੱਡੀ ਬਿਲਕੁਲ ਹੋ ਰਹੀਆਂ ਨੇ। ਤੇ ਉਹਦੇ ਚ ਡੀਐਨਏ ਜਿਹੜਾ ਹੈਗਾ ਪਿੱਛੇ ਜੇ ਹੋਇਆ ਸੀ ਕਿ ਆਸਟ੍ਰੇਲੀਆ ਜਾਂ ਉਧਰ ਫਿਜੀ ਆਈਲੈਂਡ ਸਾਰਾ ਇੰਡੋਨੇਸ਼ੀਆ, ਤੇ ਉਹ ਸੀ ਵੀ ਹੈਰਾਨੀ ਹੋ ਰਹੀ ਸੀ ਕਿ ਉਹ ਡੀਐਨਏ ਆਸਟ੍ਰੇਲੀਆ ਵਰਗੇ ਕੰਟਰੀ ਦਾ ਜਿਹੜਾ ਸਮੁੰਦਰ ਤੋਂ ਇੰਨੀ ਦੂਰ ਹੈ ਇੰਡੀਆ ਤੋਂ, ਵੀ ਉਹ ਕਿੱਦਾਂ ਪੋਸੀਬਲ ਹੈ ਕਿ ਉਹ ਲੋਕ ਅੱਜ ਤੋਂ 5-7 ਹਜ਼ਾਰ ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਸੀ ਉੱਥੋਂ ਦੇ ਇੰਡੀਜਨਸ ਲੋਕ ਸੀ ਜਿਹੜੇ ਉਹ ਪਹੁੰਚੇ ਹੋਣਗੇ। ਕਹਿੰਦਾ ਮਤਲਬ ਵੀ ਪਹੁੰਚਣਾ ਕਿਵੇਂ ਆ, ਇਹ ਵੀ ਇੱਕ ਬੁਝਾਰਤ ਆ, ਪਰ ਡੀਐਨਏ ਇਹ ਗੱਲ ਸਾਬਤ ਕਰ ਦਿੰਦਾ ਕਿ ਉਹ ਇੰਡੀਅਨ ਮੂਲ ਦੇ ਲੋਕ ਨੇ, ਜਿਹੜੇ ਇੰਡੀਜਨਸ ਲੋਕ ਉੱਥੋਂ ਦੇ ਆਸਟ੍ਰੇਲੀਆ 'ਚ ਵੀ ਰਹਿ ਰਹੇ ਨੇ। ਇਸੇ ਤਰ੍ਹਾਂ ਜੇ ਹੁਣ ਇਹ ਜਿਵੇਂ ਹੁਣ ਸਾਇੰਟਿਸਟ ਨੇ ਡੀਐਨਏ ਦਾ ਹੋਰ ਸਟੱਡੀਆਂ ਸਾਇੰਸ ਐਡਵਾਂਸ ਹੋਈ ਆ, ਤੇ ਇਹ ਸਟੱਡੀਆਂ ਚੱਲ ਰਹੀਆਂ ਨੇ। ਹੋ ਸਕਦਾ ਕਿ ਡੀਐਨਏ ਵਾਲੀ ਗੱਲ ਜਿਹੜੀ ਹੈਗੀ ਆ, ਉਹ ਗੱਲ ਜਿਹੜੀ ਹੈਗੀ ਉਸ ਥਿਊਰੀ ਨੂੰ ਪ੍ਰੂਵ ਜਿਹੜਾ ਸੀ ਆਪਣੇ ਕੈਨੇਡਾ ਦੇ ਜਿਹੜੇ ਇੰਡੀਅਨਸ ਲੋਕ ਨੇ ਉਹਨਾਂ ਬਾਰੇ ਵੀ ਇਹ ਗੱਲ ਕਦੀ ਸਾਬਤ ਹੋ ਸਕਦੀ ਹੈ। ਡਾਕਟਰ ਸਾਹਿਬ ਤੁਸੀਂ ਆਸਟ੍ਰੇਲੀਆ ਦਾ ਜ਼ਿਕਰ ਕੀਤਾ, ਸਵਾਲ ਤੇ ਆਪਣਾ ਲਾਸਟ ਹੀ ਮੈਂ ਫਿਰ ਇੱਥੇ ਮੈਨੂੰ ਇੱਕ ਬੜਾ ਇੰਟਰਸਟਿੰਗ ਸਵਾਲ ਨਜ਼ਰ ਆ ਰਿਹਾ। ਮੈਂ ਥੋੜਾ ਇਹ ਪੜ੍ਹਦਾ ਸੁਣਦਾ ਆਇਆ ਕਿ ਜਿਵੇਂ ਭਾਰਤ ਵਿੱਚ ਅੰਡੇਮਾਨ ਨਿਕੋਬਾਰ ਵਾਲੇ ਇਲਾਕੇ ਨੂੰ ਕਾਲੇ ਪਾਣੀ ਜਿਹਨੂੰ ਅਸੀਂ ਕਹਿੰਦੇ ਆ, ਜਿੱਥੇ ਉੱਥੇ ਬੜੀ ਵੱਡੀ ਜੇਲ੍ਹ ਬਣਾਈ ਸੀ, ਤੇ ਭਾਰਤ ਦੇ ਲੋਕ ਜਿਹੜੇ ਬ੍ਰਿਟਿਸ਼ ਦੇ ਖਿਲਾਫ ਕੋਈ ਗੱਲ ਕਰਦੇ ਸੀ ਉਹਨਾਂ ਨੂੰ ਉੱਥੇ ਧੱਕ ਦਿੱਤਾ ਜਾਂਦਾ ਸੀ, ਤਸੀਹੇ ਦਿੱਤੇ ਜਾਂਦੇ ਸੀ, ਜ਼ੁਲਮ ਕੀਤਾ ਜਾਂਦਾ ਸੀ। ਔਰ ਜਿਹੜਾ ਖਾਸ ਕਰਕੇ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਾ ਇਲਾਕਾ ਆ, ਆਸਟ੍ਰੇਲੀਅਨ ਸਬ ਕੰਟੀਨੈਂਟ ਜਿਹੜਾ ਆ, ਉਹਨੂੰ ਵੀ ਬ੍ਰਿਟਿਸ਼ ਸਾਮਰਾਜ ਨੇ ਸਜ਼ਾ ਦੇ ਤੌਰ ਤੇ ਜਿਹੜੇ ਲੋਕ ਲੱਗਦੇ ਸੀ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਕਿ ਚੋਰੀ ਕਰਦੇ ਨੇ ਜਾਂ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਸੀਗੇ, ਉਹਨਾਂ ਨੂੰ ਉਹ ਚੁੱਕ ਕੇ ਉੱਥੇ ਸਜ਼ਾ ਦੇ ਤੌਰ ਤੇ ਭੇਜ ਦਿੰਦੇ ਸੀ। ਤੇ ਅੱਜ ਵੀ ਆਸਟ੍ਰੇਲੀਅਨ ਲੋਕ ਬ੍ਰਿਟਿਸ਼ ਨੂੰ ਕੋਈ ਬਹੁਤ ਵਧੀਆ ਨਹੀਂ ਸਮਝਦੇ, ਭਾਵੇਂ ਉਹਨਾਂ ਦੇ ਪਾਰਟ ਹੀ ਨੇ, ਉਹਨਾਂ ਤੋਂ ਆਏ ਹੋਏ ਲੋਕ ਨੇ, ਪਰ ਉਹ ਸਮਝਦੇ ਨੇ ਕਿ ਉਹਨਾਂ ਨੂੰ ਕ੍ਰਿਮੀਨਲ ਗਰਦਾਨ ਕੇ ਇਹਨਾਂ ਨੇ ਇੱਥੇ ਸਜ਼ਾਵਾਂ ਦੇ ਤੌਰ ਤੇ ਭੇਜਿਆ ਸੀ। ਇਹ ਗੱਲ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਆ, ਇਹਦੇ 'ਚ ਕੋਈ ਸੱਚਾਈ ਹੈ ਜੀ? ਹਾਂਜੀ, ਬਿਲਕੁਲ ਇਹ ਗੱਲ ਸੱਚਾਈ ਹੈ ਇਸ ਦੇ ਵਿੱਚ, ਕਿਉਂਕਿ ਇਹ ਜਦੋਂ ਇਹ ਬਾਹਰਲੇ ਧਰਤੀਆਂ ਦੇ ਉੱਤੇ ਕਲੋਨੀਜ਼, ਉਦੋਂ ਕਲੋਨੀਜ਼ ਕਿਹਾ ਜਾਂਦਾ ਸੀ, ਕਲੋਨੀ ਵਸਾ ਰਹੇ ਸੀਗੇ ਜਦੋਂ ਇਹ ਯੂਰਪੀਅਨ ਸਾਮਰਾਜੀ ਜਿਹੜੇ ਸੀ, ਤੇ ਉੱਥੋਂ ਜਿਹੜੇ ਉੱਥੋਂ ਉਹਨਾਂ ਦੇ ਹਾਰੇ ਹੋਏ, ਕਿਉਂਕਿ ਉੱਥੇ ਵੀ ਜਿਹੜੇ ਕਬੀਲੇ ਸੀ ਉਹਨਾਂ ਨੂੰ ਲਗਾਤਾਰ ਜਿਹੜਾ ਸੀਗਾ ਉਹਨਾਂ ਨੂੰ ਦਬਾ ਰਹੇ ਸੀਗੇ, ਕਤਲੋਗਾਰਤ ਉਹਨਾਂ ਦੇ ਵੀ ਕਰ ਰਹੇ ਸੀਗੇ। ਤੇ ਉਹਨਾਂ ਵਿੱਚ ਵੀ ਜਿਹੜੇ ਆਪਾਂ ਕ੍ਰਿਮੀਨਲ ਸ਼ਬਦ ਦੀ ਬਜਾਏ ਜੇ ਆਪਾਂ ਕਹੀਏ ਕਿ ਉੱਥੋਂ ਦੇ ਲੋਕ ਜਿਹੜੇ ਲੜਨ ਵਾਲੇ ਲੋਕ ਸੀ, ਜਿਹੜੇ ਲਗਾਤਾਰ ਰਿਬੀਲੀਅਸ ਕਰੈਕਟਰ ਸੀ, ਜਿਨ੍ਹਾਂ ਦਾ ਜਿਹੜੇ ਉਸ ਦਾਬੇ ਦੇ ਉੱਤੇ ਲਗਾਤਾਰ ਲੜਦੇ ਰਹਿੰਦੇ ਸੀਗੇ, ਤਾਂ ਉਹਨਾਂ ਨੂੰ ਇਹ ਖਤਰਾ ਹੁੰਦਾ ਸੀ ਕਿ ਇਹ ਜੇ ਯੂਰਪ ਦੇ ਵਿੱਚ ਰਹਿਣਗੇ ਜਾਂ ਕਿਤੇ ਰਹਿਣਗੇ, ਜਾਂ ਆਪਾਂ ਇਦਾਂ ਹੀ ਕਿਸੇ ਹੋਰ ਕਲੋਨੀ 'ਚ ਆਪਾਂ ਉਦਾਹਰਨ ਲਈਏ ਜਿਹੜੇ ਉਸ ਏਰੀਏ 'ਚ, ਤੇ ਉਹ ਫਿਰ ਗੜਬੜ ਕਰਨਗੇ, ਤੇ ਉੱਥੋਂ ਲਿਜਾ ਕੇ ਉੱਥੇ ਚੱਕ ਕੇ ਉਹਨਾਂ ਨੂੰ ਜਹਾਜ਼ਾਂ 'ਚ ਭਰ ਕੇ ਜਿਹੜਾ ਸੀ ਉਹ ਨਵੀਆਂ ਕਲੋਨੀਆਂ ਜਿਹੜੀਆਂ ਬਸ ਰਹੀਆਂ ਸੀ, ਚਾਹੇ ਆਸਟ੍ਰੇਲੀਆ ਦੀਆਂ ਹੋਣ, ਚਾਹੇ USA ਕੈਨੇਡਾ ਦੀਆਂ ਹੋਣ, ਉੱਥੇ ਭੇਜਿਆ ਜਾਂਦਾ ਸੀ ਕਿ ਆਪਣੇ ਉਸ ਲੋਕਾਂ ਦੇ ਨਾਲੋਂ ਦੂਰ ਕਰਕੇ ਇਹਨਾਂ ਨੂੰ ਉੱਥੇ ਲੋੜ ਪਊ, ਕਿਉਂਕਿ ਸ਼ੁਰੂ ਦੇ ਵਿੱਚ ਲੋਕ ਮਰਜ਼ੀ ਨਾਲ ਘੱਟ ਆਉਂਦੇ ਸੀਗੇ, ਫਿਰ ਜ਼ਬਰਦਸਤੀ ਵਸਾ ਕੇ ਉਹ ਲੋਕਾਂ ਨੂੰ ਉੱਥੋਂ ਜਿਵੇਂ ਕੱਢਿਆ ਜਾਂਦਾ ਸੀ। ਜਿਵੇਂ ਆਪਾਂ ਇੰਡੀਆ ਦੀ ਗੱਲ ਕਰਦੇ ਕਾਲੇ ਪਾਣੀ ਦੀ ਸਜ਼ਾ ਦੇ ਰੂਪ ਦੇ ਵਿੱਚ ਅੰਡੇਮਾਨ ਨਿਕੋਬਾਰ ਜਿਹੜਾ ਸੀ ਕੱਢਿਆ ਜਾਂਦਾ ਸੀ। ਜੀ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਪੁੱਛ ਲਾਂ ਤੇ ਫਿਰ ਆਪਾਂ ਕੈਨੇਡੀਅਨ ਹਿਸਟਰੀ ਬਾਕੀ ਦੀ ਗੱਲ ਕਰਦੇ ਹਾਂ। ਕਿਹਾ ਜਾਂਦਾ ਹੈ ਕਿ ਜਦੋਂ ਯੂਰਪੀਅਨ ਕੌਮਾਂ ਆਪਸ ਵਿੱਚ ਲੜਦੀਆਂ ਸੀ, ਭਿੜਦੀਆਂ ਸੀ, ਇੱਕ ਪਾਸੇ ਫਰਾਂਸ ਸੀ ਤੇ ਇੱਕ ਪਾਸੇ ਬ੍ਰਿਟਿਸ਼ ਸੀਗੇ, ਤੇ ਜਦੋਂ ਵਿਦੇਸ਼ੀ ਧਰਤੀਆਂ ਤੇ ਕਲੋਨੀਆਂ ਵਸਾਉਣ ਦਾ ਕੰਮ ਕੀਤਾ, ਉੱਥੇ ਕਬਜ਼ੇ ਕਰਨ ਦਾ ਕੰਮ ਕੀਤਾ, ਤੇ ਇਹਨਾਂ ਦੀ ਆਪਸੀ ਹੋੜ ਵੀ ਲੱਗੀ ਸੀਗੀ ਕਿ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਲਿਆ ਕੇ ਇੱਥੇ ਵਸਾਇਆ ਜਾਵੇ। ਜਿਵੇਂ ਸਾਡੇ ਇੱਥੇ ਅਜੇ ਕੁਬੈਕ ਦੇ ਵਿੱਚ ਜ਼ਿਆਦਾ ਫਰੈਂਚ ਵਸੋਂ ਵਾਲੇ ਲੋਕ ਨੇ, ਭਾਸ਼ਾ ਵੀ ਉੱਥੋਂ ਦੀ ਬੋਲੀ ਜਾਂਦੀ ਆ, ਔਰ ਜ਼ਿਆਦਾਤਰ ਗਿਣਤੀ ਉਸ ਇਲਾਕੇ ਦੇ ਵਿੱਚ ਉਸ ਮਤਲਬ ਇੱਕ ਕਿਸਮ ਦੀ ਇੱਕ ਪੌਕਟ ਜਾਂ ਇੱਕ ਕਹਿ ਸਕਦੇ ਹਾਂ ਕਿ ਉੱਥੇ ਉਹਨਾਂ ਲੋਕਾਂ ਦਾ ਦਬਦਬਾ ਹੈ, ਫਰੈਂਚ ਲੋਕਾਂ ਦਾ ਅੱਜ ਵੀ। ਤੇ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਬ੍ਰਿਟਿਸ਼ ਲੋਕ ਜ਼ਿਆਦਾ ਬਹੁਤਾਤ 'ਚ ਨੇ, ਕੋਈ ਇਦਾਂ ਦੀ ਰੇਸ ਵੀ ਸੀ ਇਹਨਾਂ ਦੇ ਵਿੱਚ ਯੂਰਪੀਅਨ ਲੋਕਾਂ 'ਚ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਲੋਕ ਲਿਆ ਕੇ ਉੱਥੇ ਮਤਲਬ ਅਸੀਂ ਉਹਨਾਂ ਨੂੰ ਵਸਾਈਏ ਤੇ ਅਸੀਂ ਡੋਮੀਨੇਟ ਕਰੀਏ ਤੇ ਜ਼ਿਆਦਾ ਧਰਤੀਆਂ ਅਸੀਂ ਮੱਲ ਸਕੀਏ? ਹਾਂਜੀ, ਦੇਖੋ ਉਹਦੇ 'ਚ ਜਦੋਂ ਕੋਈ ਨਵੀਂ ਧਰਤੀ ਵਸਾਉਣੀ ਹੁੰਦੀ ਆ ਤੇ ਉੱਥੇ ਕੁਦਰਤੀ ਤੌਰ ਤੇ ਆ ਕਿ ਸਭ ਤੋਂ ਪਹਿਲਾਂ ਤਾਂ ਫੌਜ ਦੀ ਲੋੜ ਪੈਣੀ ਆ, ਆਫੈਂਸਿਵ ਵਾਸਤੇ ਜਗ੍ਹਾ ਖਾਲੀ ਕਰਾਉਣੀ ਆ ਤੁਸੀਂ, ਤੇ ਉਦੋਂ ਲੜਨ ਵਾਲੇ ਮਿਲਟਰੀ ਆ ਜਿਹੜੀ ਉਹਨੇ ਵੀ ਆਉਣਾ ਹੈਗਾ, ਫਿਰ ਲੋਕਲ ਐਡਮਿਨਿਸਟ੍ਰੇਸ਼ਨ ਲਈ ਪੁਲਿਸ ਦੀ ਲੋੜ ਪੈਣੀ ਆ। ਅੱਛਾ, ਫਿਰ ਸਭ ਤੋਂ ਵੱਡੀ ਗੱਲ ਵਪਾਰੀਆਂ ਦੀ ਲੋੜ ਪੈਣੀ ਆ, ਜਿਹੜੇ ਉੱਥੋਂ ਆ ਕੇ ਵਪਾਰ ਦੀਆਂ ਚੀਜ਼ਾਂ ਨੂੰ ਵੇਚ ਸਕਣਗੇ, ਤੇ ਉੱਥੋਂ ਦੇ ਜਿਹੜੇ ਆਪਾਂ ਕਹਿ ਦਿੰਦੇ ਹਾਂ ਕਿ ਰॉ ਮਟੀਰੀਅਲ ਜਿਹੜਾ ਹੈਗਾ ਉੱਥੋਂ ਦਾ ਉਹ ਇਕੱਠਾ ਕਰਕੇ ਉਹ ਆਪਣੇ ਪਿੱਛੇ ਮੁਲਕ ਦੇ ਵਿੱਚ ਬਸਤੀਵਾਦੀ ਜਿਹੜਾ ਮੁਲਕ ਆ ਉੱਥੇ ਭੇਜ ਸਕਣ। ਤੇ ਇਸੇ ਤਰ੍ਹਾਂ ਜਿਹੜਾ ਸੀ ਇਹਨਾਂ ਨੂੰ ਵਸਾਉਣ ਦੇ ਲਈ ਜਿਹੜਾ ਸੀ ਉਹ ਘਰ ਬਣਾਉਣ ਵਾਲਿਆਂ ਦੀ ਲੋੜ ਵੀ ਸੀ, ਫਾਰਮਰਸ ਦੀ ਲੋੜ ਵੀ ਸੀ, ਸਾਰੇ ਲੋੜ ਸੀਗੀ।
ਤੇ ਉਹ ਫਿਰ ਆਪਣੇ ਜਿਹੜੇ ਉਸ ਨੇਟਿਵ ਮੁਲਕ ਤੋਂ ਉਹ ਫੌਜਾਂ ਆਈਆਂ ਹੁੰਦੀਆਂ ਸੀ, ਉੱਥੋਂ ਨਾਲ ਉਹ ਆਪਣੇ ਮਿਲਟਰੀ ਦੇ ਨਾਲ ਨਾਲ ਆਪਣੇ ਜਿਹੜੇ ਸੀ ਬਸਾਉਣ ਵਾਸਤੇ ਵੀ ਆਪਣੀ ਲੋੜਾਂ ਪੂਰੀਆਂ ਕਰਨ ਦੀ ਨਾਲ ਲੈ ਕੇ ਆਉਂਦੇ ਸੀਗੇ। ਤੇ ਕੁਦਰਤੀ ਤੌਰ ਤੇ ਇੱਕ ਬੋਲੀ ਇੱਕ ਇਹੋ ਜਿਹਾ ਵੱਜਵਾਂ ਰੂਪ ਹੁੰਦਾ ਕਿ ਇੱਕੋ ਜਗ੍ਹਾ ਤੋਂ ਇੱਕੋ ਬੋਲੀ ਤੋਂ ਜਿਹੜੇ ਲੋਕ ਨੇ ਉਹ ਲਿਆਂਦੇ ਜਾਣ ਤਾਂ ਕਿ ਕੰਮ ਸੁਚਾਰੂ ਰੂਪ ਚੱਲ ਸਕੇ। ਤੇ ਇਸ ਤਰ੍ਹਾਂ ਇੱਕੋ ਤਰ੍ਹਾਂ ਦੀ ਲੈਂਗੁਏਜ ਦਾ ਫ੍ਰੈਂਚ ਵਾਲਿਆਂ ਦੇ ਵਿੱਚ ਨੇਚਰਲੀ ਫ੍ਰੈਂਚ ਜ਼ਿਆਦਾ ਭਰਤੀ ਹੋ ਗਏ, ਤੇ ਦੂਜੇ ਪਾਸੇ ਦੂਜਾ ਵੀ ਲੋਕ ਆ ਗਏ। ਤੇ ਦੂਜਾ ਜਿਹੜੇ ਸੀ ਇਹ ਜਿਹੜੇ ਸਾਮਰਾਜ ਮੁਲਕ ਸੀਗੇ ਜਿਹੜੇ ਇਹ ਫ੍ਰੈਂਚ, ਤੇ ਇਹ ਜਿਹੜੇ ਜਦੋਂ ਉੱਥੋਂ ਦੇ ਰਾਜੇ ਸੀ ਜਿਹੜੇ ਬੇਸਿਕਲੀ ਰਾਜੇ ਸੀ ਜਿਹੜੇ ਜਾ ਕੇ ਫੌਜਾਂ ਦੂਜੀ ਥਾਂ ਤੇ ਭੇਜਦੇ ਸੀਗੇ, ਤੇ ਉਹਨਾਂ ਦੀ ਵੀ ਦੂਜੇ ਮੁਲਕਾਂ 'ਚ ਵੀ ਜਾ ਕੇ ਲੜਾਈਆਂ ਚੱਲਦੀਆਂ ਰਹਿੰਦੀਆਂ ਸੀਗੀਆਂ। ਜਿਵੇਂ ਆਪਾਂ ਇੰਡੀਆ ਦੀ ਹਿਸਟਰੀ ਰਹੀ ਕਿ ਡੱਚ ਜੋ ਵੀ ਉੱਥੇ ਆਏ ਨੇ, ਪੁਰਤਗਾਲੀ ਵੀ ਉੱਥੇ ਆਏ ਨੇ, ਫ੍ਰੈਂਚ ਵੀ ਆਏ ਨੇ, ਉਹ ਇੰਡੀਆ ਦੇ ਵਿੱਚ ਵੀ ਆਪਸੀ ਲੜਾਈਆਂ ਜਿਹੜੀਆਂ ਹੁੰਦੀਆਂ ਰਹੀਆਂ। ਇਸੇ ਤਰ੍ਹਾਂ ਕੈਨੇਡਾ ਦੇ ਅੰਦਰ ਵੀ ਫ੍ਰੈਂਚ ਤੇ ਜਿਹੜੇ ਸਾਮਰਾਜ ਸੀ ਫ੍ਰੈਂਚ ਤੇ ਬ੍ਰਿਟਿਸ਼, ਇਹਨਾਂ ਦੀ ਆਪਸ ਵਿੱਚ ਵੀ ਲੜਾਈਆਂ ਵੀ ਹੁੰਦੀਆਂ, ਸਮਝੌਤੇ ਵੀ ਹੁੰਦੇ, ਤੇ ਇਕੱਠੇ ਕਾਰੋਬਾਰ ਵੀ ਇਕੱਠੇ ਕਰਦੇ, ਵਪਾਰ ਵੀ ਇਕੱਠੇ ਕਰਦੇ। ਪਰ ਇੱਕ ਸਮੂਹ ਦੇ ਰੂਪ ਵਿੱਚ ਇਹ ਅਲੱਗ-ਅਲੱਗ ਜਿਹੜੇ ਹੈਗੇ ਨੇ ਇਸ ਤਰ੍ਹਾਂ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਵੀ ਰਹੇ ਨੇ। ਡਾਕਟਰ ਸਾਹਿਬ ਇੱਕ ਬ੍ਰੇਕ ਲੈ ਲਈਏ, ਤੁਸੀਂ ਥੋੜਾ ਦਮ ਲੈ ਲਓ। ਤੇ ਕੈਨੇਡਾ ਡੇ ਅੱਜ ਮਨਾ ਰਹੇ ਹਾਂ, ਚਾਹੇ ਅਸੀਂ ਉਹਨਾਂ ਖੁਸ਼ੀਆਂ ਭਰਪੂਰ ਨਹੀਂ ਮਨਾ ਰਹੇ, ਜਿਹੜੀਆਂ ਗੱਲਾਂ ਅਸੀਂ ਡਿਸਕਸ ਕੀਤੀਆਂ ਨੇ ਉਹਦਾ ਕਰਕੇ ਮਾਤਮ ਦਾ ਮਾਹੌਲ ਵੀ ਆ, ਪਰ ਆਪਾਂ ਫਿਰ ਵੀ ਕੈਨੇਡਾ ਦੀ ਹਿਸਟਰੀ ਬਾਰੇ ਗੱਲਬਾਤ ਜਿਹੜੀ ਆ ਇਸ ਚੀਜ਼ ਤੋਂ ਲਾਂਭੇ ਰੱਖਦੇ ਹੋਏ ਮੌਜੂਦਾ ਦੌਰ ਦਾ ਕੈਨੇਡਾ ਕੀ ਆ, ਇਹਦਾ ਕੀ ਇਤਿਹਾਸ ਆ, 100 ਤੇ ਜਿੰਨਵਾਂ ਸਾਲ ਮਨਾ ਰਹੇ ਆਪਾਂ ਦਿਨ, ਉਹਦੇ ਤੇ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਥੋੜਾ ਜਿਹਾ ਬ੍ਰੇਕ ਲੈ ਲਈਏ, ਤੁਸੀਂ ਵੀ ਥੋੜਾ ਦਮ ਲੈ ਲਓ ਜੀ। ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ।